ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜਿਉ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ। ਜਿਤ ਪੈ ਬੰਧਨ ਟੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ। ਜੀਅ ਜਨਮ ਤੇ ਛੂਟੈ, ਜਿਉ ਜਾਨੋ ਤਿਉ ਰਾਖ। ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ। ਅਵਗਣ ਮੇਰਿਆ, ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਇਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨਹ ਕੀ ਆਸਾ। ਸਤਿਗੁਰ ਸੇਵ ਪਰਮ ਪਦ ਪਾਇਓ, ਅਬਿਨਾਸੀ ਅਬਿਗਤ ਧਿਆਇਓ। ਤਿਸ ਭੇਟੈ ਦਾਰਿਦਰ ਨ ਚੰਪੈ, ਕਲ ਸਹਾਰ ਤਾਸ ਗੁਣ ਜੰਪੈ। ਜੰਪਉ ਗੁਣ ਬਿਮਲ ਸੁਜਨ ਜਨ ਕੇਰੇ, ਅਮੇ ਨਾਮ ਜਾ ਕੋ ਫੁਰਿਆ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਹਰ ਪਰੇ। ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਹਰ ਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਦਇਆ ਮਿਹਰ ਨਿਵਾਜਿਸ਼ ਕਰਕੇ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਗੁਰ ਸ਼ਬਦ ਦੇ ਅਭਿਆਸ ਨਾਲ, ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਕਾਰਤ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪ੍ਰਵਾਹ ਦੇ ਅੰਤਰਗਤ ਪਟ ਸਾਹਿਬਾਨਾਂ ਦੀ ਪਾਵਨ ਬਾਣੀ ਜੋ ਗੁਰੂ ਕੇ ਅਗੰਮ ਅਗੋਚਰ ਅਕਥ ਸਰੂਪ ਦੀ ਸਿਫਤ ਉਚਾਰਨ ਕਰਦਿਆਂ ਪਟ ਸਾਹਿਬਾਨਾਂ ਨੇ ਉਚਾਰੀ ਹੈ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਸਵਈਏ ਮਹੱਲੇ ਚੌਥੇ ਕੀ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਪਟ ਸਾਹਿਬਾਨਾਂ ਨੇ ਸਤਿਗੁਰੂ ਸਾਹਿਬ ਜੀ ਜਦ ਚੌਥੇ ਪਾਤਸ਼ਾਹ ਕਰੁਣਾ ਦੀ ਮੂਰਤ, ਨਿਮਰਤਾ ਦੇ ਸਾਗਰ, ਦਇਆ ਦੇ ਮੁਜੱਸਮ, ਸ਼ਾਂਤ ਸਹਿਜ ਸਰੂਪ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਨਿਵਾਜਿਸ਼ ਨੂੰ ਪਾ ਕੇ ਗੁਰਿਆਈ ਸਿੰਘਾਸਣ 'ਤੇ ਸ਼ੋਭਨੀਕ ਹੋਏ। ਤੈਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਿਨਾਂ ਦੇ ਚੌਥੇ ਸਥਾਨ ਉੱਪਰ ਗੁਰਿਆਈ 'ਤੇ ਬਿਰਾਜਣ ਸਮੇਂ ਪਟ ਸਾਹਿਬਾਨ ਗੁਰੂ ਸਾਹਿਬ ਜੀ ਦੀ ਸਿਫਤ ਸਵਈਏ ਮਹੱਲੇ ਚੌਥੇ ਦੇ ਸਰਲੇਖ ਹੇਠ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਜੋ ਓੰਕਾਰ ਸਰੂਪ ਕਰਕੇ ਸਗਲ ਬ੍ਰਹਮੰਡ ਅੰਦਰ ਸਿਰਜਕ, ਪ੍ਰਤਪਾਲਕ, ਨਾਸ਼ਕ, ਹੁਕਮ ਰੂਪ ਕਰਤਾ ਹੋ ਕੇ ਵਿਆਪਕ ਹੈ, ਗੁਰ ਸਰੂਪ ਦੁਆਰਾ ਸਗਲ ਕਾਇਨਾਤ ਵਿੱਚ ਰਮਿਆ ਹੋਇਆ ਹੈ। ਪ੍ਰਸਾਦ ਕਿਰਪਾ ਦੁਆਰਾ ਉਸ ਅਕਾਲ ਪੁਰਖ ਹਸਤੀ ਦੇ ਪਰਮ ਭੇਦ ਨੂੰ, ਦਰਸ਼ਨ ਦੀਦਾਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਏਕ ਮਨ ਪੁਰਖ ਨਿਰੰਜਨ ਧਿਆਵੋ। ਪਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਗੰਮ ਅਗੋਚਰ ਸਿਫਤ ਸਲਾਹ ਦਾ ਉਚਾਰਨ ਦਾ ਆਰੰਭ ਕਰਦਿਆਂ ਜ਼ਿਕਰ ਕਰਦੇ ਹਨ। ਆਪ ਜੀ ਪਟ ਸਾਹਿਬਾਨਾਂ ਦੀ ਦ੍ਰਿਸ਼ਟੀ ਨੂੰ ਬੜਾ ਧਿਆਨ ਦੇ ਵਿੱਚ ਬੜੇ ਗੁਹਜ ਤਰੀਕੇ ਦੇ ਨਾਲ ਸਮਝਣ ਦਾ ਯਤਨ ਕਰੋ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿਫਤ ਆਰੰਭ ਕਰਦੇ ਹਨ ਭੱਟ ਕਲ ਸਹਾਰ ਦੀ, ਉਦੋਂ ਵੀ ਜ਼ਿਕਰ ਕਰਦੇ ਹਨ ਇੱਕ ਮਨ ਪੁਰਖ ਧਿਆਏ ਬਰ ਦਾਤਾ। ਹੁਣ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਭੱਟ ਕਲ ਸਹਾਰ ਦੀ ਉਚਾਰਨ ਕਰ ਰਹੇ ਹਨ, ਜ਼ਿਕਰ ਕਰਦੇ ਹਨ ਇੱਕ ਮਨ ਪੁਰਖ ਨਿਰੰਜਨ ਧਿਆਵੋ। ਕਿਉਂਕਿ ਜਿਹੜੇ ਇਹਦਾ ਭਾਵ ਇਹ ਹੈ ਕਿ ਜੋ ਸਿੱਖ ਭਾਵਨਾ ਦੇ ਸਹਿਤ, ਪ੍ਰੀਤ ਦੇ ਸਹਿਤ, ਜਗਿਆਸਾ ਦੇ ਸਹਿਤ ਸਤਿਗੁਰੂ ਕੇ ਮੁਬਾਰਕ ਚਰਨ ਕਮਲ ਸ਼ਰਨ ਤੱਕ ਆਇਆ ਹੈ, ਉਹਦਾ ਮਨ ਕਿਸੇ ਤਰ੍ਹਾਂ ਦੇ ਦਵੈਤ ਕਰਕੇ, ਕਿਸੇ ਤਰ੍ਹਾਂ ਦੀ ਦੁਬਿਧਾ ਕਰਕੇ, ਕਿਸੇ ਤਰ੍ਹਾਂ ਦੀ ਅੰਤਰ ਜਿਹੜਾ ਸ਼ੰਕਾ ਹੈ ਉਹਦੇ ਕਰਕੇ ਖੰਡਿਤ ਨਹੀਂ ਹੋਣਾ ਚਾਹੀਦਾ। ਭਾਵ ਕਿ ਭੱਟ ਸਾਹਿਬਾਨਾਂ ਨੇ ਇਹ ਅਨੁਭਵ ਪ੍ਰਗਟ ਕੀਤਾ ਇੱਕ ਮਨ ਕਹਿ ਕੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜਿਤਨੇ ਵੀ ਜਾਮਿਆਂ ਦੇ ਵਿੱਚ ਜੋਤ ਰੂਪ ਪ੍ਰਕਾਸ਼ ਕੀਤਾ ਹੈ, ਸੰਪੂਰਨ ਅਕਾਲ ਪੁਰਖ ਦਾ ਪ੍ਰਕਾਸ਼ ਹੈ। ਅਤੇ ਜਦੋਂ ਹੀ ਆਪ ਜੀ ਸਤਿਗੁਰੂ ਦੀ ਸ਼ਰਨ ਆ ਗਏ ਹੋ, ਫਿਰ ਮਨ ਦਾ ਕੋਈ ਦੁਬਿਧਾ, ਮਨ ਦਾ ਕੋਈ ਸ਼ੰਕਾ, ਮਨ ਦਾ ਕੋਈ ਮਗਰਲਾ ਖਿਆਲ
ਬਾਕੀ ਨਹੀਂ ਰਹਿ ਜਾਣਾ ਚਾਹੀਦਾ। ਇਸ ਕਰਕੇ ਇੱਕ ਮਨ ਪੁਰਖ ਨਿਰੰਜਨ ਧਿਆਵੋ, ਕਿ ਪੂਰੀ ਤਰ੍ਹਾਂ ਮਨ ਇਕਾਗਰ ਹੋਵੇ, ਅਕਾਲ ਪੁਰਖ ਦੀ ਹਸਤੀ ਦੀ ਸੁਦ੍ਰਿੜਤਾ ਦੇ ਵਿੱਚ ਲੱਗਾ ਹੋਵੇ। ਤਾਂ ਜ਼ਿਕਰ ਕਰਦੇ ਹਨ ਇੱਕ ਮਨ ਪੁਰਖ, ਕਿ ਪੁਰਖ ਜੋ ਵਿਆਪਕ ਸਿਰਜਣਹਾਰ ਹੈ, ਨਿਰੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਧਿਆਵੋ। ਹੁਣ ਭੱਟ ਸਾਹਿਬਾਨਾਂ ਨੇ 2 ਗੁਣ ਅਰਜ ਕੀਤੇ ਹਨ ਅਕਾਲ ਪੁਰਖ ਦੀ ਹਸਤੀ ਦੇ। ਇੱਕ ਮਨ ਪੁਰਖ ਦਾ ਭਾਵ ਇਹ ਹੈ ਕਿ ਪੁਰਖ ਦਾ ਭਾਵ ਵਿਆਪਕ ਹੈ। ਜਿਵੇਂ ਸਤਿਗੁਰੂ ਦਾ ਅਕਾਲ ਪੁਰਖ ਸਰੂਪ ਹੈ, ਉਹ ਸਾਰੀ ਕਾਇਨਾਤ ਵਿੱਚ ਵਿਆਪਕ ਹੈ। ਪਹਿਲਾਂ ਤਾਂ ਇਹ ਨੁਕਤਾ ਜਾਣਨਾ, ਭਾਵ ਕਿ ਗੁਰੂ ਕੀ ਪ੍ਰਤੀਤ ਨੂੰ ਹਰ ਜਰਰੇ ਜਰਰੇ ਦੇ ਵਿੱਚ ਸਮਝਣਾ ਬੁੱਝਣਾ ਹੈ। ਫਿਰ ਨਿਰੰਜਨ ਦਾ ਭਾਵ ਇਹ ਹੈ ਕਿ ਜੇ ਅਸੀਂ ਕੇਵਲ ਸੰਸਾਰਿਕ ਤਲ 'ਤੇ ਮਾਇਆ ਵਿੱਚ ਵਿਚਰਦੇ ਹਾਂ, ਅਤੇ ਮਾਇਆ ਵਿੱਚ ਵਿਚਰਦਿਆਂ ਹੋਇਆਂ ਸਾਡੇ ਜੀਵਨ ਨੂੰ ਮੈਲ ਲੱਗਦੀ ਹੈ, ਪਰ ਜੇ ਸਾਡੇ ਵਿੱਚ ਅਕਾਲ ਪੁਰਖ ਦੇ ਸਰੂਪ ਦੇ 2 ਗੁਣ ਸਾਡੇ ਧਿਆਨ 'ਚ ਹੋਣਗੇ, ਇੱਕ ਹੋਏਗਾ ਪੁਰਖ ਭਾਵ ਕਿ ਵਿਆਪਕ, ਦੂਜਾ ਨਿਰੰਜਨ ਭਾਵ ਕਿ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਕਰਨ ਵਾਲਾ ਹੈ। ਭੱਟ ਸਾਹਿਬਾਨ ਜੀ ਉਚਾਰਨ ਕਰਦੇ ਨੇ, ਇੱਕ ਮਨ ਹੋ ਕੇ ਪੁਰਖ ਨਿਰੰਜਨ ਸਰੂਪ ਪਰਮੇਸ਼ਰ ਦਾ ਧਿਆਨ ਧਰੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਅਤੇ ਸਤਿਗੁਰੂ ਕੀ ਐਸੀ ਮਿਹਰ ਹੋਵੇ, ਕਿਉਂਕਿ ਜਦੋਂ ਮਨ ਇਕਾਗਰ ਹੋਏਗਾ ਉਦੋਂ ਫਿਰ ਚਿੱਤ ਵੀ ਇਕਾਗਰ ਹੋਏਗਾ। ਜਦੋਂ ਚਿੱਤ ਇਕਾਗਰ ਹੁੰਦਾ ਹੈ ਤਾਂ ਫਿਰ ਇਕਾਗਰ ਹੋਏ ਮਨ ਦੇ ਉੱਪਰ, ਚਿੱਤ ਦੇ ਉੱਪਰ ਗੁਰੂ ਕਿਰਪਾ ਹੁੰਦੀ ਹੈ। ਭਾਵ ਕਿ ਗੁਰੂ ਕੇ ਸਰੂਪ ਦੇ ਜਿਹੜੇ ਦਰਸ਼ਨਾਂ ਦੀ ਕੋਈ ਰਮਜ ਬੰਦੇ ਨੂੰ ਸਮਝ ਆਉਂਦੀ ਹੈ। ਇਸ ਕਰਕੇ ਭਗਤ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਿ ਸਤਿਗੁਰੂ ਕੀ ਕਿਰਪਾ ਹੋਵੇ, ਹਰ ਗੁਣ ਸਦ ਗਾਵਾਂ, ਸਦਾ ਹੀ ਹਰੀ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਦਾ ਰਹਾਂ। ਗੁਣ ਗਾਵਤ ਮਨ ਹੋਏ ਬਿਗਾਸਾ, ਤਾਂ ਕਿ ਐਸੇ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਕੇ ਮਨ ਬਿਗਾਸਾ, ਕਿ ਮਨ ਦੇ ਅੰਦਰ ਵਿਗਾਸ ਹੋ ਜਾਵੇ। ਕਿਉਂਕਿ ਜਿਸ ਮਨ ਨੂੰ ਗੁਰੂ ਕੀ ਸਿਫਤ ਦਾ ਰੰਗ ਨਹੀਂ ਨਾ ਲੱਗਾ ਹੁੰਦਾ, ਉਸ ਮਨ ਦੇ ਵਿੱਚ ਗੁਰੂ ਹਸਤੀ ਦਾ ਵਿਸ਼ਵਾਸ ਵੀ ਨਹੀਂ ਮੌਲਦਾ। ਹੁਣ ਜਦੋਂ ਅਸੀਂ ਕਿਸੇ ਦੀ ਸਿਫਤ ਕਰਦੇ ਹਾਂ ਜਾਂ ਸਿਫਤ ਕਰਨ ਦਾ ਸਾਡੇ ਅੰਦਰ ਖਿਆਲ ਪੈਦਾ ਹੁੰਦਾ, ਅਤੇ ਉਹਦੇ 2-3 ਨੁਕਤੇ ਪਹਿਲਾਂ ਹੀ ਸਪਸ਼ਟ ਹੋ ਜਾਂਦੇ ਨੇ ਕਿ ਜਿਸ ਦੀ ਸਿਫਤ ਕਰ ਲੱਗੇ ਹਾਂ ਉਹਦੇ ਗੁਣਾਂ ਦਾ ਕੋਈ ਨਾ ਕੋਈ ਪ੍ਰਭਾਵ ਸਾਡੇ ਉੱਪਰ ਹੈ। ਦੂਜਾ ਜਿਹਦੀ ਸਿਫਤ ਕਰ ਲੱਗੇ ਹਾਂ ਉਹਦੇ ਨਾਲ ਮਨ ਜੁੜਿਆ ਹੋਇਆ ਹੈ। ਤੀਜਾ ਜਿਹਦੀ ਸਿਫਤ ਕਰ ਲੱਗੇ ਹਾਂ ਉਹਦੀ ਸਿਫਤ ਸਾਡੇ ਜੀਵਨ ਨੂੰ ਉਚੇਰਾ ਲੈ ਜਾਵੇਗੀ। ਇਸ ਕਰਕੇ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਸਰੂਪ ਜੀ, ਮੈਂ ਆਪ ਜੀ ਦੇ ਗੁਣਾਂ ਦਾ ਗਾਇਨ ਕਰਦਾ ਹਾਂ ਤਾਂ ਕਿ ਮੇਰੇ ਮਨ ਅੰਦਰ ਵਿਗਾਸ ਭਾਵ ਕਿ ਵਿਗਾਸ ਹੋ ਜਾਵੇ। ਆਪ ਜੀ ਦੇ ਸਰੂਪ ਦੀ ਸਿਫਤ ਕਰਕੇ ਮੇਰੇ ਹਿਰਦੇ ਅੰਦਰ ਵਿਸ਼ਵਾਸ, ਪ੍ਰੀਤ ਅਤੇ ਗੁਰੂ ਸ਼ਬਦ ਦਾ ਗਿਆਨ ਮੌਲ ਪਵੇ, ਜਿਹਦੇ ਸਦਕਾ ਮੇਰੇ ਪੂਰੇ ਜੀਵਨ ਦੇ ਵਿੱਚ ਅਥਾਹ ਆਨੰਦ ਰਸ ਬਣ ਜਾਵੇ। ਸਤਿਗੁਰ ਪੂਰ ਜਨ ਹੈ ਕੀ ਆਸਾ। ਤਾਂ ਭੱਟ ਕਲ ਜੀ ਉਚਾਰਨ ਕਰਦੇ ਹਨ, ਸਤਿਗੁਰੂ ਸਾਡੇ ਜਨਾਂ ਦੀ ਐਸੀ ਆਸ ਹੈ ਕਿ ਸਾਡਾ ਮਨ ਇਕਾਗਰ ਹੋਵੇ। ਗੁਣ ਗਾਉਣ ਦੀ ਚਾਹਤ ਬੜੀ ਪ੍ਰਬਲ ਹੈ, ਅਤੇ ਹੁਣ ਗੁਣ ਉਦੋਂ ਹੀ ਗਾਇਨ ਕੀਤੇ ਜਾ ਸਕਦੇ ਹਨ ਜਦੋਂ ਹਿਰਦਾ ਦਰਵਿਆ ਹੋਵੇ। ਜਿਹੜਾ ਹਿਰਦਾ ਕਠੋਰ ਹੈ, ਜਿਸ ਹਿਰਦੇ ਦੇ ਵਿੱਚ ਪ੍ਰੀਤ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਹਿਰਦੇ ਦੇ ਵਿੱਚ ਸਤਿਗੁਰੂ ਨੂੰ ਘੱਟ ਘੱਟ ਜਾਣਨ ਦੀ ਸਮਰੱਥਾ ਨਹੀਂ ਹੈ, ਉਹ ਹਿਰਦਾ ਨਾ ਤਾਂ ਦਰਵਿਆ ਜਾ ਸਕਦਾ ਹੈ, ਨਾ ਉਹ ਗੁਣਾਂ ਦਾ ਗਾਇਨ ਕਰ ਸਕਦਾ ਹੈ। ਇਸ ਕਰਕੇ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ, ਸਤਿਗੁਰੂ ਸਾਹਿਬ ਜੀ ਸਾਡੀ ਐਸੀ ਆਸ ਹੈ, ਕਿਰਪਾ ਕਰਕੇ ਸਿਫਤ ਸਲਾਹ ਕਰਨ ਦੀ ਐਸੀ ਆਸ ਪੂਰਨ ਕਰੋ। ਸਤਿਗੁਰ ਸੇਵ ਪਰਮ ਪਦ ਪਾਇਓ। ਪਹਿਲਾਂ ਅਰਦਾਸ ਰੂਪ ਦੇ ਵਿੱਚ ਇਹ ਵੀ ਨੁਕਤਾ ਬੜਾ ਸਮਝਣ ਵਾਲਾ ਹੈ, ਕਿਉਂਕਿ ਅਸੀਂ ਬਾਣੀ ਦੇ ਅੰਦਰ ਵਾਕ ਪੜ੍ਹਦੇ ਹਾਂ, ਜਿਹਵਾ ਏਕ ਕਵਨ ਗੁਣ ਕਹੀਐ। ਭਾਵੇਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਭੱਟ ਸਾਹਿਬਾਨਾਂ ਨੂੰ ਆਪਣੇ ਸੰਪੂਰਨ ਸਰੂਪ ਦੇ ਦਰਸ਼ਨ ਕਰਵਾ ਕੇ ਉਹਨਾਂ ਨੂੰ ਨਿਹਾਲ ਕਰ ਦਿੱਤਾ ਹੈ, ਪੂਰਾ ਭੇਦ ਜਣਾ ਦਿੱਤਾ ਹੈ ਅੰਤਰ ਆਤਮੇ ਦੇ ਵਿੱਚ, ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ
ਜੋ ਗੁਰਿਆਈ ਦੇ ਸਿੰਘਾਸਣ 'ਤੇ ਸਰਗੁਣ ਰੂਪ ਕਰਕੇ ਬਿਰਾਜਮਾਨ ਹਨ। ਇਸ ਸਤਿਗੁਰੂ ਜੋਤ ਦਾ ਪ੍ਰਕਾਸ਼ ਪੂਰੇ ਬ੍ਰਹਿਮੰਡ ਵਿੱਚ ਕਿਵੇਂ ਹੋ ਰਿਹਾ ਹੈ, ਇਹਦਾ ਭੇਦ ਗੁਰੂ ਸਾਹਿਬ ਜੀ ਨੇ ਭੱਟ ਸਾਹਿਬਾਨਾਂ ਨੂੰ ਭਾਵੇਂ ਦੇ ਦਿੱਤਾ ਹੈ, ਪਰ ਭੱਟ ਸਾਹਿਬਾਨ ਇਹਦੇ ਕਥਨ ਦੇ ਵੀ ਬੜਾ ਸਮਰੱਥ ਹਨ। ਪਰ ਫਿਰ ਵੀ ਗੁਰੂ ਸਾਹਿਬ ਜੀ ਦੀ ਸਿਫਤ ਉਚਾਰਨ ਕਰਨ ਤੋਂ ਪਹਿਲਾਂ ਇੱਕ ਅਰਦਾਸ ਵਿਖਾਣਦੇ ਹਨ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸਤਤ ਦੇ ਵਿੱਚ ਕਿਹਾ ਸੀ ਕਿ ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਕਿ ਜੇ ਮਿਹਰ ਹੋ ਜਾਵੇ। ਹੁਣ ਕਿਉਂਕਿ ਅਕਾਲ ਪੁਰਖ ਨੇ ਜਦੋਂ ਗੁਰੂ ਸਰੂਪ ਨੇ ਆਪਣੇ ਵਿਰਾਟ ਦਰਸ਼ਨ ਕਰਵਾਏ ਹਨ, ਤਾਂ ਪਰ ਜਦੋਂ ਉਸ ਸਾਰੇ ਦਰਸ਼ਨ ਨੂੰ ਇੱਕ ਜ਼ੁਬਾਨ ਤੋਂ ਕਹਿਣਾ ਹੈ ਤਾਂ ਕਿਤੇ ਉਹਦੀ ਸੀਮਾ ਨਾ ਬਣ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਹੋ ਜਾਵੇ, ਤਾਂ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਿ ਪਹਿਲਾਂ ਸਿਫਤ ਤੋਂ ਪਹਿਲਾਂ ਹੁਣ ਗੁਰੂ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਦੇ ਹਨ। ਅੱਗੇ ਜ਼ਿਕਰ ਕਰਦੇ ਹਨ ਹੁਣ ਸਿਫਤ ਰੂਪ ਦੇ ਵਿੱਚ, ਸਤਿਗੁਰ ਸੇਵ ਪਰਮ ਪਦ ਪਾਇਓ। ਤਾਂ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ, ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਨੇ ਤੀਜੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸੇਵ ਦਾ ਭਾਵ ਉਹਨਾਂ ਨੂੰ ਆਪਣਾ ਤਨ ਵੀ ਅਰਪਣ ਕੀਤਾ, ਆਪਣਾ ਮਨ ਵੀ ਅਰਪਣ ਕੀਤਾ, ਅਤੇ ਐਸਾ ਉਹਨਾਂ ਦੇ ਨਾਲ ਸਦੀਵੀ ਰੂਪ ਦੇ ਵਿੱਚ ਮਿਲੇ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਨ ਕਰਕੇ ਆਪ ਜੀ ਨੇ ਪਰਮ ਪਦ ਪ੍ਰਾਪਤ ਕੀਤਾ ਹੈ। ਹੁਣ ਪਰਮ ਪਦ ਦਾ ਭਾਵ ਕੀ ਹੈ? ਸੰਸਾਰ ਦੇ ਵਿੱਚ ਦੁਨਿਆਵੀ ਲੋਕ ਵੱਖੋ ਵੱਖ ਰੁਤਬਿਆਂ, ਅਹੁਦਿਆਂ, ਪਦਾਂ ਦੇ ਉੱਪਰ ਆਸੀਨ ਹੁੰਦੇ ਨੇ। ਜਿੰਨਾ ਕੁ ਚਿਰ ਉਸ ਰੁਤਬੇ 'ਤੇ, ਅਹੁਦੇ 'ਤੇ ਬੈਠੇ ਰਹਿਣ, ਉਹਨਾਂ ਚਿਰ ਤੱਕ ਹੀ ਉਹਨਾਂ ਦਾ ਤੇਜ, ਬਲ, ਪ੍ਰਤਾਪ ਜਾਂ ਉਹਨਾਂ ਦਾ ਕਿਆ ਹੋਇਆ ਚੱਲਦਾ ਹੈ। ਸਮਾਂ ਪਾ ਕੇ ਉਸ ਰੁਤਬੇ ਤੋਂ ਲੈ ਜਾਂਦੇ ਨੇ ਜਾਂ ਉਹਨਾਂ ਦੀ ਅਵਧੀ ਸਮਾਪਤ ਹੋ ਜਾਂਦੀ ਹੈ। ਪਰ ਭੱਟ ਕਲਸਹਾਰ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਉਚਾਰਨ ਕਰਦੇ ਆਖਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵ ਕਮਾ ਕੇ, ਪੂਰਨ ਸਮਰਪਣ ਕਰਕੇ, ਅਥਾਹ ਪ੍ਰੀਤ ਦੇ ਨਾਲ ਐਸਾ ਪਰਮ ਪਦ ਪ੍ਰਾਪਤ ਕੀਤਾ। ਉਹ ਪਰਮ ਪਦ ਕੀ ਹੈ ਕਿ ਜਿਹੜੀ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਆਨੰਦ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੋਈ। ਜਿਸ ਜੀਵਨ ਮੁਕਤ ਅਵਸਥਾ ਦਾ ਭੇਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਮਿਲਿਆ, ਕਹਿੰਦੇ ਉਸੇ ਭੇਦ ਨੂੰ ਪ੍ਰਾਪਤ ਕਰਕੇ ਇਸ ਭੇਦ ਦਾ ਪ੍ਰਗਟਾਵਾ ਕੀਰਤਨ ਦੁਆਰਾ, ਬਾਣੀ ਦੁਆਰਾ ਅਤੇ ਆਪਣੇ ਮੁਕੱਦਸ ਅਸਥਾਨ ਹਰਿਮੰਦਰ ਸਾਹਿਬ ਦੁਆਰਾ ਸਾਰੀ ਕਾਇਨਾਤ ਦੇ ਵਿੱਚ ਉਹਦਾ ਪ੍ਰਕਾਸ਼ ਕੀਤਾ ਹੈ। ਅਤੇ ਗੁਰੂ ਸਾਹਿਬ ਜੀ ਆਪ ਜੀ ਦੀ ਬਾਣੀ ਦੇ ਨਾਲ, ਆਪ ਦੇ ਦਰ ਦੇ ਦਰਸ਼ਨ ਇਸ਼ਨਾਨ ਦੇ ਨਾਲ ਜਿਹੜੇ ਮਨੁੱਖਾਂ ਦੇ ਮਨਾਂ ਦੀ ਮੈਲ ਹਰ ਕੇ ਹਰ ਕਿਸੇ ਨੇ ਪਵਿੱਤਰ ਹੋਈ ਜਾਣਾ ਹੈ। ਇਹ ਰੁਤਬਾ ਕਦੇ ਘਟਣ ਵਾਲਾ ਨਹੀਂ। ਜਦ ਤੱਕ ਬ੍ਰਹਿਮੰਡ ਦੀ ਤੋਰ ਚੱਲ ਰਹੀ ਹੈ, ਬ੍ਰਹਿਮੰਡ ਦੇ ਵਿੱਚ ਅਕਾਲ ਪੁਰਖ ਸਿਰਜਣਹਾਰ ਉਦਕਰਖਣ ਕਰਕੇ ਆਪਣਾ ਪ੍ਰਕਾਸ਼ ਕਰੇ, ਉਦੋਂ ਤੱਕ ਆਪ ਜੀ ਦਾ ਦਇਆ ਸਰੂਪ ਬਾਣੀ ਦੁਆਰਾ, ਹਰਿਮੰਦਰ ਦੁਆਰਾ ਸਾਰੇ ਸੰਸਾਰ ਦਾ ਕਲਿਆਣ ਕਰਦਾ ਰਹੇਗਾ। ਐਸਾ ਆਪ ਜੀ ਦਾ ਉੱਤਮ ਪਦ ਹੈ, ਅਬਿਨਾਸੀ ਅਬਿਗਤ ਧਿਆਇਓ। ਹੁਣ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਦੀ ਸਾਧਨਾ ਬਾਰੇ ਭੱਟ ਕਲਸਹਾਰ ਜੀ ਜ਼ਿਕਰ ਕਰਦੇ ਹਨ ਕਿ ਅਬਿਨਾਸੀ ਅਬਿਗਤ ਧਿਆਇਓ। ਹੁਣ ਜੇ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਜਾਣਦੇ ਹਾਂ ਸਾਰੇ, ਕਿ ਉਹਨਾਂ ਦੇ ਦੁਨਿਆਵੀ ਨੁਕਤੇ ਤੋਂ ਮਾਤਾ ਪਿਤਾ ਦਾ ਆਸਰਾ ਜਲਦੀ ਤੱਜ ਗਿਆ ਸੀ, ਤਾਂ ਭੱਟ ਕਲਸਹਾਰ ਜੀ ਆਖਦੇ ਹਨ ਕਿ ਸਤਿਗੁਰੂ ਦੀ ਸ਼ਰਨ ਆ ਕੇ ਜਿਹੜਾ ਪਰਮ ਪਦ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਪ੍ਰਾਪਤ ਕੀਤਾ ਹੈ, ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਆ ਕੇ ਗੁਰੂ ਦੇ ਉਸ ਰੂਪ ਨੂੰ ਧਿਆਇਆ ਹੈ ਜਿਹੜਾ ਅਬਿਨਾਸ਼ੀ ਹੈ, ਜਿਹੜਾ ਨਾਸ਼ ਤੋਂ ਰਹਿਤ ਹੈ। ਹੁਣ ਜਿਹੜਾ ਸਤਿਗੁਰੂ ਕਾ ਸਰਗੁਣ ਸਰੂਪ ਹੈ, ਉਹ ਤਾਂ ਪੰਜਾਂ ਤੱਤਾਂ ਦੀ ਘਾੜਤ ਤੋਂ ਬਾਅਦ ਆਪਣੀ ਪਰਮ ਜੋਤ ਵਿੱਚ ਵਿਲੀਨ ਹੋ ਜਾਂਦਾ ਹੈ। ਪਰ ਗੁਰੂ ਦਾ ਜੋ ਅਬਿਨਾਸ਼ੀ ਸਰੂਪ ਹੈ, ਜਿਹੜਾ ਕਦੇ ਨਾਸ਼ ਹੋਣ ਵਿੱਚ ਨਹੀਂ ਆਉਂਦਾ, ਜਿਹੜਾ ਅਬਿਗਤ, ਜਿਹਦੇ ਬਾਰੇ ਕਿਸੇ ਤਰ੍ਹਾਂ ਦਾ ਵਿਖਿਆਨ ਵੀ ਨਹੀਂ ਕੀਤਾ ਜਾ ਸਕਦਾ, ਜਿਹਨੂੰ ਕੱਥ ਕੇ ਕਿਸੇ ਤਰੀਕੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ, ਭੱਟ ਕਲਸਹਾਰ ਜੀ ਆਖਦੇ ਨੇ ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਅਕਾਲ ਪੁਰਖ ਦੇ ਐਸੇ ਸਰੂਪ ਦਾ ਧਿਆਨ ਧਰਿਆ ਹੈ। ਤਿਸ ਭੇਟੇ ਦਾ ਰਿਦਰ ਨ ਚੰਪੈ, ਕਲਸਹਾਰ ਤਾਸ ਗੁਣ ਜੰਪੈ। ਤਾਂ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਿ ਐਸੇ ਸਤਿਗੁਰੂ ਸਰੂਪ ਦੇ ਜਦ ਅਸੀਂ
ਚਰਨ ਪਰਸਦੇ ਹਾਂ ਤਾਂ ਕਿਸੇ ਤਰੀਕੇ ਦਾ ਦਲਿੱਦਰ ਨਹੀਂ ਚੰਬੜਦਾ ਹੈ। ਦਲਿੱਦਰ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਤ੍ਰਿਸ਼ਨਾਨੁਮਾ, ਇੱਕ ਆਲਸਨੁਮਾ। ਜਿਹੜਾ ਤ੍ਰਿਸ਼ਨਾਨੁਮਾ ਹੁੰਦਾ ਹੈ ਉਹ ਵਿਕਾਰਾਂ ਦੀ ਤਰਫ ਲਗਾਈ ਰੱਖਦਾ ਹੈ, ਅਤੇ ਜਿਹੜਾ ਆਲਸਨੁਮਾ ਹੁੰਦਾ ਹੈ ਉਹ ਮਨੁੱਖ ਨੂੰ ਮਨਮੁਖਤਾ ਦੀ ਤਰਫ ਲਗਾਈ ਰੱਖਦਾ ਹੈ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਮੁਬਾਰਕ ਚਰਨ ਪਰਸਣ ਦੇ ਨਾਲ ਕਿਸੇ ਤਰ੍ਹਾਂ ਦਾ ਦਲਿੱਦਰ ਜੀਵਨ ਨੂੰ ਨਹੀਂ ਚੰਬੜਦਾ ਹੈ। ਕਲ ਸਹਾਰ ਤਾਸ ਗੁਣ ਜੰਪੈ, ਇਸ ਕਰਕੇ ਮੇਰੇ ਗੁਣ ਕਥਨ ਦਾ ਮਨੋਰਥ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ। ਤਾਂ ਕਰਕੇ ਤੁਹਾਡੇ ਗੁਣਾਂ ਨੂੰ ਮਨ ਅੰਦਰ ਵਸਾਉਂਦਾ ਹਾਂ। ਜੰਪਉ ਗੁਣ ਬਿਮਲ ਸੋ ਜਨ ਜਨ ਕੇਰੇ, ਅਮਿ ਨਾਮ ਜਾ ਕੋ ਫੁਰਿਆ। ਤਾਂ ਹੁਣ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਐਸੇ ਸਤਿਗੁਰੂ ਸਰੂਪ ਦੇ ਗੁਣਾਂ ਦਾ ਗਾਇਨ ਕਰਨ ਦਾ ਵਿਸ਼ਾ ਕੀ ਹੈ। ਹੁਣ ਜਦ ਅਸੀਂ ਕਿਸੇ ਦੇ ਗੁਣ ਗਾਇਨ ਕਰਦੇ ਹਾਂ ਤਾਂ ਸਾਡੇ ਕੋਲੋਂ ਕੋਈ ਨਾ ਕੋਈ ਪੱਖ ਹੁੰਦਾ ਹੈ ਕਿ ਜਾਂ ਉਹ ਰੂਪ ਕਰਕੇ ਸੁੰਦਰ ਹੈ, ਬੁੱਧੀ ਕਰਕੇ ਬੜਾ ਵਿਦਵਾਨ ਹੈ, ਜਾਂ ਉਹਦੀ ਕਾਰਜ ਕੁਸ਼ਲਤਾ ਬੜੀ ਪ੍ਰਵੀਨਤਾ ਵਾਲੀ ਹੈ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਜੰਪਉ ਗੁਣ ਬਿਮਲ, ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਇੰਨਾ ਪਵਿੱਤਰ ਹੈ ਕਿ ਉਹਨਾਂ ਦੇ ਕਿਸੇ ਪੱਖ ਦਾ ਵੀ ਮੈਂ ਉਚਾਰਨ ਕਰਾਂਗਾ, ਭਾਵ ਕਿ ਜੇ ਉਹਨਾਂ ਦੀ ਸੇਵਾ ਦੇ ਗੁਣ ਦਾ ਜ਼ਿਕਰ ਕਰਾਂਗਾ, ਜੇ ਉਹਨਾਂ ਦੇ ਸਮਰਪਣ ਦੇ ਗੁਣ ਦਾ ਜ਼ਿਕਰ ਕਰਾਂਗਾ, ਜੇ ਉਹਨਾਂ ਦੀ ਪ੍ਰੀਤ ਦੇ ਸਰੂਪ ਦਾ ਜ਼ਿਕਰ ਕਰਾਂਗਾ, ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਬਿਮਲ ਦਾ ਅਰਥ ਹੁੰਦਾ ਪਵਿੱਤਰ। ਭੱਟ ਕਲ ਸਹਾਰ ਜੀ ਆਖਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਕਿਸੇ ਗੁਣ ਨੂੰ ਜਪਣ ਦੇ ਨਾਲ, ਕਰਨ ਦੇ ਨਾਲ, ਆਰਾਧਨ ਦੇ ਨਾਲ ਉਹ ਗੁਣਾਂ ਦਾ ਵਾਸ ਸਾਡੇ ਵਿੱਚ ਵੀ ਹੋਵੇਗਾ। ਸੋ ਜਨ ਜਨ ਕੇਰੇ, ਅਤੇ ਕਹਿੰਦੇ ਜਿਵੇਂ ਕਿਸੇ ਸ਼ੁਭ ਸੱਜਣ ਦੀ ਸੰਗਤ ਕਰਨ ਦੇ ਨਾਲ, ਕਿਸੇ ਉੱਤਮ ਪੁਰਖ ਦੇ ਨਾਲ ਰਹਿਣ ਦੇ ਨਾਲ ਹੌਲੀ ਹੌਲੀ ਉਹਦੇ ਤੋਂ ਜੀਵਨ ਪ੍ਰਭਾਵਿਤ ਹੋ ਕੇ ਬੰਦਾ ਉਹਦੇ ਵਾਂਗ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਹਨ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਬਹਿ ਕੇ ਐਸੇ ਸੱਜ ਗਏ ਹਨ। ਅੰਮ੍ਰਿਤ ਨਾਮ ਜਾਂ ਕੋ ਫੁਰਿਆ, ਅਤੇ ਅੰਮ੍ਰਿਤ ਦਾ ਭਾਵ ਅੰਮ੍ਰਿਤ, ਉਹਨਾਂ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਦਾ ਐਸਾ ਸੋਮਾ ਫੁਰਿਆ ਹੈ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ। ਤਾਂ ਭੱਟ ਕਲ ਸਹਾਰ ਦੀ ਉਚਾਰਨ ਕਰਦਿਆਂ ਇਨ ਸਤਿਗੁਰ ਸੇਵ, ਗੁਰੂ ਰਾਮਦਾਸ ਸਾਹਿਬ ਜੀ ਨੇ ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੇਵ ਕੇ ਸ਼ਬਦ ਦੀ ਸਾਧਨਾ ਦੁਆਰਾ ਐਸਾ ਪ੍ਰਾਪਤ ਕੀਤਾ ਹੈ, ਨਾਮ ਨਿਰੰਜਨ ਉਰ ਧਰਿਆ, ਅਤੇ ਪਰਮੇਸ਼ਰ ਦਾ ਨਾਮ ਸਰੂਪ ਦੀ ਯਾਦ ਹਿਰਦੇ ਅੰਦਰ ਐਸੀ ਧਾਰਨ ਕੀਤੀ ਹੈ ਜਿਹੜਾ ਨਿਰੰਜਨ ਹੈ, ਜਿਹੜਾ ਸਾਰੀ ਮੈਲ ਤੋਂ ਰਹਿਤ ਕਰਨ ਵਾਲਾ ਹੈ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਅਤੇ ਅੱਗੇ ਜ਼ਿਕਰ ਕਰਦੇ ਹਨ ਹਰ ਨਾਮ ਰਸਿਕ, ਕਿ ਜਿਹੜਾ ਭੱਟ ਕਲ ਸਹਾਰ ਜੀ ਆਖਦੇ ਹਨ ਕਿ ਗੁਰੂ ਸਾਹਿਬ ਜੀ ਦੇ ਕੋਲੋਂ ਸ਼ਬਦ ਦੁਆਰਾ ਰਸ ਪ੍ਰਾਪਤ ਕੀਤਾ ਹੈ, ਨਾਮ ਨਿਰੰਜਨ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਇਹਨਾਂ ਗੁਣਾਂ ਦਾ ਪ੍ਰਗਟਾਵਾ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਸ਼ਖਸੀਅਤ ਵਿੱਚ ਭੱਟ ਸਾਹਿਬਾਨ ਜੀ ਕਹਿੰਦੇ ਦੇਖੀਦਾ ਹੈ, ਤਾਂ ਫਿਰ ਪਹਿਲਾ ਉਹਦਾ ਪੱਖ ਨਜ਼ਰ ਆਉਂਦਾ ਹਰ ਨਾਮ ਰਸਿਕ, ਭਾਵ ਕਿ ਦੇਖੋ ਜਦ ਅਸੀਂ ਗੁਰੂ ਸਾਹਿਬਾਨਾਂ ਦੀ ਆਪ ਦੀ ਪਾਵਨ ਬਾਣੀ ਪੜ੍ਹੋਗੇ ਨਾ, ਅਤੇ ਦੋ ਗੁਰੂ ਸਾਹਿਬਾਨ ਕੇਵਲ ਐਸੇ ਹਨ ਜਿਨ੍ਹਾਂ ਦੀ ਬਾਣੀ 30 ਰਾਗਾਂ ਵਿੱਚ ਹੈ, ਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ। ਇਸ ਕਰਕੇ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਹਰ ਨਾਮ ਰਸਕ, ਗੁਰੂ ਸਰੂਪ ਦੇ ਵਿੱਚ ਭੇਦ ਹੋ ਕੇ ਗੁਰੂ ਦੇ ਦੱਸੇ ਮਾਰਗ 'ਤੇ ਪ੍ਰੀਤ ਦੇ ਨਾਲ ਚੱਲਣ ਕਰਕੇ, ਗੁਰੂ ਦੇ ਵਿੱਚ ਪੂਰੀ ਤਰ੍ਹਾਂ ਸਮਰਪਣ ਕਰਨ ਦੇ ਨਾਲ ਕਿਹੜਾ ਪਰਮ ਪਦ ਮਿਲਦਾ ਹੈ। ਕਹਿੰਦੇ ਐਸੇ ਰਸ ਦਾ ਪ੍ਰਗਟਾਵਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਣੀ ਦੁਆਰਾ ਕੀਤਾ। ਇਸ ਕਰਕੇ ਉਹ ਨਾਮ ਦੇ ਬੜੇ ਵੱਡੇ ਰਸੀਏ ਹਨ। ਗੋਬਿੰਦ ਗੁਣ ਗਾਹਕ, ਅਤੇ ਉਹਨਾਂ ਦੇ ਹਿਰਦੇ ਦਾ ਸੁਭਾਅ ਸਦਾ ਪਰਮੇਸ਼ਰ ਦੇ ਗੁਣਾਂ ਨੂੰ ਵਿਹਾਜਣਾ ਹੈ, ਭਾਵ ਕਿ ਕੀਰਤਨ ਦੁਆਰਾ, ਵਿਚਾਰ ਦੁਆਰਾ, ਸਿਫਤ ਦੁਆਰਾ ਜਿਸ ਕਿਸ ਨੁਕਤੇ ਦੇ ਨਾਲ ਵੀ ਪਰਮੇਸ਼ਰ ਦੇ ਗੁਣਾਂ ਦੇ ਨਾਲ ਅਥਾਹ ਸਾਂਝ ਪਵੇ, ਕਹਿੰਦੇ ਉਸੇ ਤਰ੍ਹਾਂ ਦਾ ਗੁਰੂ ਰਾਮਦਾਸ ਸਾਹਿਬ ਜੀ ਸੁਭਾਅ ਰੱਖਦੇ ਹਨ। ਚਾਹਕ ਤਤ ਸੰਮਤ ਸਰੇ, ਅਤੇ ਸੰਮਤ ਦਾ ਭਾਵ ਹੁੰਦਾ ਸਮ ਦ੍ਰਿਸ਼ਟੀ, ਅਤੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਗਲੀ ਕਾਇਨਾਤ ਦੇ ਨਾਲ
ਨਾਤਾ ਕਿਹੋ ਜਿਹਾ ਹੈ ਚਾਹਕ ਤਤ, ਕਿ ਜੋ ਏਕੋ ਸਿਰਜਣਹਾਰ ਸਾਰਿਆਂ ਦੇ ਵਿੱਚ ਵਿਆਪਕ ਹੈ। ਉਹਨਾਂ ਸਾਰਿਆਂ ਨੂੰ, ਸਾਰੀ ਕਾਇਨਾਤ ਨੂੰ ਗੁਰੂ ਰਾਮਦਾਸ ਸਾਹਿਬ ਜੀ ਸਮ ਦ੍ਰਿਸ਼ਟੀ ਦੇ ਨਾਲ ਦੇਖਦੇ ਹਨ ਅਤੇ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਗੁਰੂ ਰਾਮਦਾਸ ਸਰੋਵਰ ਭਰਿਆ ਹੋਇਆ ਹੈ। ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਹਰ ਭਰੇ। ਤਾਂ ਭੱਟ ਕਵ ਕਲ ਜੀ ਆਖਦੇ ਹਨ, ਕਵ ਕਲ ਆਪਣੇ ਆਪ ਨੂੰ ਕਵੀ ਆਖ ਕੇ ਆਖਦੇ ਹਨ ਕਿ ਕਵ ਕਲ ਠਾਕੁਰ ਗੁਰੂ ਰਾਮਦਾਸ ਸਾਹਿਬ ਜੀ ਦੀ ਜੋ ਕੁੱਲ ਸੀ ਉਹਨਾਂ ਨੂੰ ਠਾਕੁਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਅਤੇ ਜ਼ਿਕਰ ਕਰਦੇ ਹਨ ਹਰਦਾਸ ਤਨੇ, ਭਾਵ ਕਿ ਭਾਈ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਭਾਈ ਹਰਦਾਸ ਜੀ ਕਹਿੰਦੇ ਤਿੰਨਾਂ ਦੀ ਕੁੱਲ ਵਿੱਚ ਪ੍ਰਕਾਸ਼ ਹੋਏ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਸਰ ਭਾਵ ਸਰੋਵਰ ਵਰਗੇ ਹੋ। ਅਪਰ ਦਾ ਭਾਵ ਜਿਹੜੇ ਹਿਰਦੇ ਪ੍ਰੀਤ ਤੋਂ, ਗਿਆਨ ਸਾਧਨਾ ਤੋਂ, ਸੇਵਾ ਸਿਮਰਨ ਤੋਂ ਖਾਲੀ ਸਨ, ਆਪ ਜੀ ਨੇ ਉਹਨਾਂ ਹਿਰਦਿਆਂ ਨੂੰ ਆਪਣੀ ਕਿਰਪਾ ਦੇ ਨਾਲ ਗਿਆਨ ਕਰਕੇ, ਸਿਫਤ ਸਲਾਹ ਕਰਕੇ, ਪ੍ਰੇਮ ਕਰਕੇ, ਭਗਤੀ ਕਰਕੇ ਭਰਪੂਰ ਕਰ ਦਿੱਤਾ ਹੈ। ਛੁਟਤ ਪ੍ਰਵਾਹ ਅਮਿ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਇੱਕ ਨੁਕਤਾ ਅਰਜ਼ ਕਰਦਾ ਕਿ ਭੱਟ ਕਲ ਸਹਾਰ ਜੀ ਨੇ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਸਲਾਹ ਦਾ ਉਚਾਰਨ ਕੀਤਾ ਹੈ, ਉਹਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਰੋਵਰ ਰੂਪ ਵਾਂਗ ਕਿਹਾ ਹੈ। ਜਿਵੇਂ ਅਸੀਂ ਸਰੋਵਰ ਵਿੱਚ ਇਸ਼ਨਾਨ ਕਰੀਏ ਤਾਂ ਇੱਕ ਤਾਂ ਸਾਡੀ ਮੈਲ ਉਤਰਦੀ ਹੈ, ਸਾਨੂੰ ਸ਼ੀਤਲਤਾ ਦਾ ਅਨੁਭਵ ਹੁੰਦਾ ਹੈ। ਸਰੋਵਰ ਦੇ ਵਿੱਚੋਂ ਜਲ ਕਰੀਏ, ਗ੍ਰਹਿਣ ਕਰੀਏ ਤਾਂ ਪਿਆਸ ਮਿਟਦੀ ਹੈ। ਇਸ ਕਰਕੇ ਜਿਵੇਂ ਸਰੋਵਰ ਸਾਰਿਆਂ ਦਾ ਆਧਾਰ ਹੁੰਦਾ ਹੈ, ਉਹਦੇ ਵਿੱਚ ਪਸ਼ੂਆਂ ਦੇ ਜੀਵਨ ਦਾ ਵੀ ਨਿਰਵਾਹ ਹੁੰਦਾ ਹੈ, ਫੁੱਲਾਂ ਫਲਾਂ ਨੂੰ ਖਿਲਣ ਦੀ ਵੀ ਥਾਂ ਮਿਲਦੀ ਹੈ। ਭਾਵ ਕਿ ਜਿਹੜੇ ਜਲੀ ਪੌਦੇ ਹਨ ਉਹ ਸਰੋਵਰ ਅੰਦਰ ਖਿਲ ਜਾਂਦੇ ਹਨ। ਇਸ ਕਰਕੇ ਭੱਟ ਕਲ ਸਹਾਰ ਜੀ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਕਵ ਕਲ ਠਾਕੁਰ ਹਰਦਾਸ ਤਨੇ, ਕਿ ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਐਸੇ ਗਿਆਨ ਦੇ, ਪ੍ਰੀਤ ਦੇ, ਭਗਤੀ ਦੇ, ਸ਼ਰਧਾ ਦੇ, ਇਸ ਧਰਮ ਦੇ ਸ਼ੁਭ ਗੁਣਾਂ ਦੇ ਐਸੇ ਸਰੋਵਰ ਹਨ ਕਿ ਜਿਨ੍ਹਾਂ ਦੇ ਹਿਰਦੇ ਇਹਨਾਂ ਸ਼ੁਭ ਗੁਣਾਂ ਤੋਂ ਖਾਲੀ ਸਨ, ਉਹਨਾਂ ਸਾਰਿਆਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਸਰੋਵਰ ਰੂਪ ਸ਼ੁਭ ਗੁਣਾਂ ਨਾਲ ਭਰ ਦਿੰਦੇ ਹਨ। ਛੁਟਤ ਪ੍ਰਵਾਹ ਅਮਿ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਹੁਣ ਜਦੋਂ ਅਸੀਂ ਹਰਿਮੰਦਰ ਸਾਹਿਬ ਦੇ ਪਵਿੱਤਰ ਦਰਸ਼ਨ ਕਰਦੇ ਹਾਂ, ਸਾਡੀ ਦ੍ਰਿਸ਼ਟੀ ਵਿੱਚ ਕੀ ਆਉਂਦਾ ਹੈ? ਕੇਵਲ ਇੰਨਾ ਕੀ ਆਉਂਦਾ ਹੈ ਕਿ ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਮੁਬਾਰਕ ਅਸਥਾਨ ਹੈ ਅਤੇ ਪਵਿੱਤਰ ਸਰੋਵਰ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਸਥਿਤ ਹੈ। ਇੰਨਾ ਕੁ ਖਿਆਲ ਆਉਂਦਾ, ਸਾਨੂੰ ਇਸ ਤੋਂ ਵੱਧ ਕਿਸੇ ਨੂੰ ਨਹੀਂ ਆਉਂਦਾ। ਤਾਂ ਪਰ ਭੱਟ ਸਾਹਿਬਾਨ ਜੀ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰ ਨੂੰ ਨਿਹਾਰਦੇ ਹਨ ਤਾਂ ਜ਼ਿਕਰ ਕਰਦੇ ਹਨ ਕਿ ਛੁਟਤ ਪ੍ਰਵਾਹ ਅਮਿ ਅਮਰਾ ਪਦ, ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਜੋ ਸਰੋਵਰ ਦੇ ਮੱਧ ਵਿੱਚ ਹਰਿਮੰਦਰ ਦਾ ਪ੍ਰਕਾਸ਼ ਕਰਵਾਇਆ ਹੈ, ਇਹ ਕੇਵਲ ਇੱਕ ਅਸਥਾਨ ਨਹੀਂ, ਦਰਅਸਲ ਇਹ ਅੰਮ੍ਰਿਤ ਦਾ ਵਹਿੰਦਾ ਹੋਇਆ ਇੱਕ ਅਥਾਹ ਪ੍ਰਵਾਹ ਹੈ। ਅੰਮ੍ਰਿਤ ਦਾ ਅਥਾਹ ਪ੍ਰਵਾਹ ਹੈ। ਅਤੇ ਇਹ ਸਰੋਵਰ ਇਹ ਨਹੀਂ ਕਿ ਜਿਵੇਂ ਕਈ ਹੁਣ ਨਦੀਆਂ ਨਾਲੇ ਵਹਿੰਦੇ ਹਨ, ਸਮਾਂ ਪਾ ਕੇ ਜਾਂ ਉਹਨਾਂ ਦਾ ਵਹਿਣ ਘਟ ਜਾਂਦਾ, ਜਾਂ ਸੁੱਕ ਜਾਂਦੇ ਹਨ, ਜਾਂ ਰੁਕ ਜਾਂਦੇ ਹਨ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ, ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਹਿਰਦੇ ਵਿੱਚੋਂ ਅੰਮ੍ਰਿਤ ਰਸ ਦਾ ਐਸਾ ਪ੍ਰਵਾਹ ਛੁੱਟਿਆ ਹੋਇਆ ਹੈ, ਔਰ ਅੰਮ੍ਰਿਤ ਸਰੋਵਰ ਸਦਾ ਹੀ ਇਸ ਪਵਿੱਤਰ ਪ੍ਰਵਾਹ ਦੇ ਨਾਲ ਭਰਿਆ ਰਹਿੰਦਾ ਹੈ। ਗਿਆਨੀਆਂ ਨੇ ਦੇ ਅਰਥ ਇਉਂ ਕੀਤੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਮਾਨਵਤਾ ਦੇ ਕਲਿਆਣ ਲਈ ਜੋ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਪ੍ਰਵਾਹ ਚਲਾਇਆ ਹੈ, ਜਿਹੜਾ ਕਹਿੰਦੇ ਸਦੀਵੀ ਚੱਲਦਾ ਹੈ, ਅਤੇ ਉਸ ਕੀਰਤਨ ਦੇ ਪ੍ਰਵਾਹ ਵਿੱਚੋਂ ਜਿਹੜਾ ਇਸ਼ਨਾਨ ਕਰਦਾ ਹੈ, ਉਸ ਅੰਮ੍ਰਿਤ ਜਲ ਨੂੰ ਗ੍ਰਹਿਣ ਕਰਦਾ ਹੈ, ਉਹਨੂੰ ਅਮਰ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਇਹ ਇਕੱਲਾ ਹਰਿਮੰਦਰ ਸਰੋਵਰ ਕੇਵਲ ਇੱਕ ਥਾਂ ਨਹੀਂ ਹਨ, ਇਹ ਅੰਮ੍ਰਿਤ ਦਾ ਵਹਿੰਦਾ ਹੋਇਆ ਪ੍ਰਵਾਹ ਹੈ। ਅਤੇ ਜਿਹੜਾ ਇਸ ਪ੍ਰਵਾਹ ਦੇ ਵਿੱਚੋਂ ਇਸ਼ਨਾਨ ਕਰੇਗਾ, ਜਿਹੜਾ ਇਸ ਪ੍ਰਵਾਹ ਦੇ ਵਿੱਚੋਂ ਜਲ ਗ੍ਰਹਿਣ ਕਰੇਗਾ, ਉਹ ਅਮਰ ਪਦ ਨੂੰ ਪ੍ਰਾਪਤ ਹੋ ਜਾਵੇਗਾ। ਕਿਵੇਂ ਹੋਵੇਗਾ? ਜ਼ਿਕਰ ਰੱਖਦੇ ਹਾਂ, ਜਦੋਂ ਅਸੀਂ ਕੀਰਤਨ ਸੁਣਦੇ ਹਾਂ,
ਜਦੋਂ ਪਾਵਨ ਗੁਰਬਾਣੀ ਦਾ ਕੀਰਤਨ, ਜਿਵੇਂ ਹਰਿਮੰਦਰ ਸਾਹਿਬ ਦਾ ਜ਼ਿਕਰ ਹੋ ਰਿਹਾ, ਕੀਰਤਨ ਸੁਣਦੇ ਹਾਂ ਤਾਂ ਕੀਰਤਨ ਸਭ ਤੋਂ ਪਹਿਲਾਂ ਸਾਡੀ ਮਨ ਦਾ ਇਸ਼ਨਾਨ ਕਰਾਉਂਦਾ ਹੈ, ਸਾਡੇ ਮਨ ਨੂੰ ਇਕਾਗਰ ਕਰਦਾ ਹੈ, ਕਿਉਂਕਿ ਕੀਰਤਨ ਦੇ ਵਿੱਚ ਸੰਗੀਤ ਹੈ। ਤਾਂ ਕਰਕੇ ਜਦੋਂ ਕੀਰਤਨ ਦੁਆਰਾ ਜਦੋਂ ਮਨ ਪੂਰੀ ਤਰ੍ਹਾਂ ਭਾਵ ਕਿ ਜਦੋਂ ਕੀਰਤਨ ਸੁਣਨ ਬੈਠੇ 15-20 ਮਿੰਟ ਬਾਅਦ ਜਦੋਂ ਲੱਗਿਆ ਕਿ ਹੁਣ ਕੋਈ ਘਰ ਦਾ ਖਿਆਲ ਨਹੀਂ ਹੈ, ਕੋਈ ਆਪਣੇ ਮੈਲੇ ਕੁਚੈਲੇ ਹੋਣ ਦਾ, ਮਨਮੁਖ ਹੋਣ ਦਾ, ਪਵਿੱਤਰ ਹੋਣ ਦਾ, ਚੰਗੇ ਮੰਦੇ ਹੋਣ ਦਾ ਕੋਈ ਖਿਆਲ ਬਾਕੀ ਨਹੀਂ ਰਿਹਾ, ਇਸ ਟਿਕੀ ਹੋਈ ਅਵਸਥਾ ਨੂੰ ਮਨ ਦਾ ਇਸ਼ਨਾਨ ਕਹਿੰਦੇ ਹਨ। ਜਦੋਂ ਮਨ ਦਾ ਇਸ਼ਨਾਨ ਹੋ ਜਾਂਦਾ ਫਿਰ ਇਕਾਗਰਤਾ ਬਣਦੀ ਹੈ। ਜਦੋਂ ਇਕਾਗਰਤਾ ਬਣਦੀ ਹੈ ਤਾਂ ਫਿਰ ਰਸ ਆਉਂਦਾ ਹੈ। ਜਿਵੇਂ ਕੋਈ ਸ਼ਬਦ ਅਸੀਂ ਸੁਣ ਲਈਏ, ਕੀਰਤਨ ਦੇ ਵਿੱਚ ਕਿਸੇ ਸ਼ਬਦ ਦਾ ਉਚਾਰਨ ਸੁਣਦੇ ਰਹੀਏ ਹੋਵੇ, ਜਿਵੇਂ ਕਿਵੇਂ ਸਾਹਿਬ ਨਿਤਾਣਿਆਂ ਕਾ ਤਾਣ, ਤਾਂ ਸਾਡੇ ਹਿਰਦੇ ਦੇ ਜਿਹੜੇ ਭਾਵ ਹਨ ਉਹ ਗੁਰਬਾਣੀ ਕੀਰਤਨ ਦੇ ਨਾਲ ਪੁਨਰ ਸੁਰਜੀਤ ਹੁੰਦੇ ਹਨ। ਕਿ ਸਾਡੇ ਅੰਦਰੋਂ, ਕਿਉਂਕਿ ਜਦੋਂ ਮਨ ਮਨਫੀ ਹੋ ਗਿਆ ਅਤੇ ਮਨ ਦੇ ਸਾਰੇ ਫੁਰਨੇ ਵੀ ਮਨਫੀ ਹੋ ਗਏ ਅਤੇ ਮਨ ਦੇ ਹੰਕਾਰ ਵਾਲਾ ਸੁਭਾਅ ਵੀ ਜਾਂਦਾ ਰਿਹਾ, ਫਿਰ ਸਾਨੂੰ ਆਪਣਾ ਸ਼ਬਦ ਦੇ ਵਿੱਚੋਂ ਨਿਤਾਣਾਪਣ ਪਤਾ ਲੱਗਦਾ ਹੈ। ਨਿਤਾਣੇਪਣ ਦਾ ਅਹਿਸਾਸ ਕਿਵੇਂ ਹੁੰਦਾ ਹੈ ਕਿ ਸਾਡੇ ਜੀਵਨ ਦੀ ਰਚਨਾ ਜਿਹੜੀ ਗਰਭ ਕਾਲ ਤੋਂ ਲੈ ਕੇ ਅੰਤਮ ਤੱਕ ਜੋ ਸਾਡੇ ਜੀਵਨ ਦੀ ਹਾਲਤ ਹੋਣੀ ਹੈ, ਇਹ ਕੀਰਤਨ ਦੇ ਰਸ ਨਾਲ ਸਾਡੇ ਹਿਰਦੇ ਵਿੱਚੋਂ ਪ੍ਰਕਾਸ਼ ਹੁੰਦੀ ਹੈ। ਫਿਰ ਜਦੋਂ ਇਹ ਪ੍ਰਕਾਸ਼ ਕਰ ਦਿੰਦਾ, ਫਿਰ ਨਾਲ ਹੀ ਪਤਾ ਲੱਗਦਾ ਕਿ ਇਸ ਸਾਰੇ ਨੂੰ ਗੁਰੂ ਦਾ ਸ਼ਬਦ ਦਾ ਰਸ ਨਵਾਜ਼ਿਸ਼ ਕਰ ਰਿਹਾ, ਅਤੇ ਫਿਰ ਸਾਨੂੰ ਸਾਹਿਬ ਦੀ ਕਿਰਪਾ ਦਾ ਅਹਿਸਾਸ ਹੁੰਦਾ ਹੈ। ਇਸ ਕਰਕੇ ਕੀਰਤਨ ਦੁਆਰਾ ਪਹਿਲਾਂ ਮਨ ਦਾ ਇਸ਼ਨਾਨ, ਫਿਰ ਜਦੋਂ ਪੂਰੀ ਤਰ੍ਹਾਂ ਚਿੱਤ ਦੀ ਇਕਾਗਰਤਾ ਬਣ ਜਾਂਦੀ ਹੈ ਅਤੇ ਸ਼ਬਦ ਦਾ ਰਸ ਮਿਲਦਾ ਹੈ। ਜਦੋਂ ਸ਼ਬਦ ਦਾ ਰਸ ਮਿਲਦਾ ਹੈ ਅਤੇ ਅਸੀਂ ਉਹਦੇ ਵਿੱਚ ਪੂਰੀ ਤਰ੍ਹਾਂ ਖੀਵੇ ਹੋ ਜਾਂਦੇ ਹਾਂ, ਫਿਰ ਸਾਡੀ ਦੇਹ ਅਤੇ ਮਨ ਦਾ ਅਭਿਆਸ ਵੀ ਸਾਡੇ ਤੋਂ ਦੂਰ ਚਲਿਆ ਜਾਂਦਾ ਹੈ ਅਤੇ ਸਾਨੂੰ ਆਪਣਾ ਆਪ ਬਿਲਕੁਲ ਇੱਕ ਫੁੱਲ ਵਾਂਗ ਹੌਲਾ ਭਾਰ ਲੱਗਦਾ ਹੈ। ਜਦੋਂ ਇਸ ਤਰ੍ਹਾਂ ਦਾ ਅਨੁਭਵ ਇੱਕ ਬੰਦੇ ਨੂੰ ਕੀਰਤਨ ਵਿੱਚੋਂ ਮਿਲਦਾ ਹੈ, ਅਤੇ ਇਹਨੂੰ ਜਿਹੜਾ ਹੈ ਭੱਟ ਸਾਹਿਬਾਨਾਂ ਨੇ ਅਮਰ ਪਦ ਕਿਹਾ ਹੈ ਕਿ ਇਸ ਦੇਹ ਦੇ ਵਿੱਚ, ਇਸ ਮਨ ਦੇ ਵਿੱਚ, ਇਸ ਬੁੱਧੀ ਵਿੱਚ ਕਿੰਨਾ ਕੁਝ ਉਥਲ ਪੁਥਲ ਹੋਇਆ ਪਿਆ ਸੀ, ਪਰ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜਾ ਅੰਮ੍ਰਿਤ ਰਸ ਦਾ ਪ੍ਰਵਾਹ ਚਲਾਇਆ, ਜਦੋਂ ਮਨੁੱਖ ਤੂੰ ਉਹਦੇ ਵਿੱਚ ਇਸ਼ਨਾਨ ਕੀਤਾ, ਦੇਖ ਤੇਰੇ ਤਨ ਦੇ ਦੁੱਖ ਨੂੰ ਉਹਨੇ ਕਿੰਨਾ ਮੱਧਮ ਕਰ ਦਿੱਤਾ, ਬਿਲਕੁਲ ਸਮਾਪਤੀ ਦੀ ਹੱਦ ਤੱਕ। ਤੇਰੇ ਮਨ ਦੀ ਭਟਕਣਾ ਜਿਹੜੀ ਤੇਰੇ ਗਿਆਨ ਕਰਕੇ ਕਈ ਸਾਲਾਂ ਕਰਕੇ ਤੇਰੇ ਵੱਸ ਵਿੱਚ ਨਹੀਂ ਸੀ ਆਉਣੀ, ਇੱਕ ਖਿਣ ਦੇ ਵਿੱਚ ਵੱਸ ਵਿੱਚ ਲਿਆਂਦੀ ਹੈ। ਅਤੇ ਜਿਹੜੇ ਆਨੰਦ ਦੀ ਭਾਲ ਤੂੰ ਇੰਨੇ ਚਿਰ ਤੋਂ ਕਰ ਰਿਹਾ ਸਾ, ਕੁਝ ਘੜੀਆਂ ਸ਼ਬਦ ਦੇ ਕੀਰਤਨ ਨੇ ਤੈਨੂੰ ਤੇਰੇ ਅੰਦਰੋਂ ਤੇਰੇ ਜੋਤ ਸਰੂਪ ਦਾ ਐਸਾ ਅਨੁਭਵ ਕਰਾਇਆ ਕਿ ਤੈਨੂੰ ਆਪਣਾ ਆਪ ਅਮਰ ਲੱਗਣ ਲੱਗ ਪੈਂਦਾ ਹੈ। ਇਸ ਕਰਕੇ ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਛੁਟਤ ਪ੍ਰਵਾਹ ਅਮਿਓ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੀ ਉਸਤਤੀ ਦੇ ਵਿੱਚ ਨਾ ਇੱਕ ਲੇਖ ਲਿਖਿਆ। ਉਹ ਕਹਿੰਦੇ ਹਰਿਮੰਦਰ ਸਾਹਿਬ ਦੇ ਅੰਦਰ ਜਦ ਸੁਬਾਹ ਵੇਲੇ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ, ਜਦ ਕਿਵਾੜ ਖੋਲ੍ਹਦੇ ਹਨ, ਕਹਿੰਦੇ ਉਸ ਸਮੇਂ ਜਿਹੜੇ ਹਰਿਮੰਦਰ ਦੀ ਚੌਗਿਰਦੇ ਦੇ ਵਿੱਚ ਭਾਵ ਕਿ ਪਰਿਕਰਮਾ ਦੇ ਵਿੱਚ, ਉਸ ਸਮੇਂ ਜਿਹੜੇ ਸਮਾਧੀ ਸਥਿਤ ਹੋ ਕੇ ਕੀਰਤਨ ਦੇ ਵਿੱਚ ਪੂਰੀ ਤਰ੍ਹਾਂ ਇਕਾਗਰ ਹੁੰਦੇ ਹਨ, ਉਹਨਾਂ ਨੂੰ ਆਮ ਮਨੁੱਖ ਨਾ ਜਾਣੋ। ਉਸ ਵਕਤ ਜਿਹੜੇ ਸਾਰੀ ਕਾਇਨਾਤ ਦੇ ਵਿੱਚ ਦੇਵਤੇ ਹਨ, ਉਹ ਸਰੀਰ ਰੂਪ ਧਾਰਨ ਕਰਕੇ ਉੱਥੇ ਸਥਿਤ ਹੋਏ ਹੁੰਦੇ ਹਨ। ਇਸ ਕਰਕੇ ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਨੇ ਐਸਾ ਅੰਮ੍ਰਿਤ ਦਾ ਪ੍ਰਵਾਹ ਚਲਾਇਆ ਹੈ ਕਿ ਜਿਹਦੇ ਵਿੱਚੋਂ ਇਸ਼ਨਾਨ ਕਰਕੇ, ਜਿਹਦਾ ਪਵਿੱਤਰ ਜਲ ਗ੍ਰਹਿਣ ਕਰਕੇ ਹਰ ਕੋਈ ਅਮਰ ਹੋ ਜਾਂਦਾ ਹੈ, ਅਤੇ ਇਹ ਅੰਮ੍ਰਿਤ ਸਰੋਵਰ ਸਦਾ ਹੀ ਭਰਿਆ ਰਹਿੰਦਾ ਹੈ। ਅਤੇ ਪੀਵਹਿ ਸੰਤ ਕਰਹਿ ਮਨ ਮੱਜਨ, ਪੁੱਬ ਜਿਨਹੁ ਸੇਵਾ ਕਰੀਆ। ਜੋ ਅਸੀਂ ਜ਼ਿਕਰ ਪਹਿਲਾਂ ਕਰ ਰਹੇ ਉਹ ਪੰਕਤੀ ਵਿੱਚ ਬਾਅਦ ਦੇ ਵਿੱਚ ਆਇਆ ਹੈ। ਤਾਂ ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਇਸ ਅੰਮ੍ਰਿਤ ਜਲ ਨੂੰ ਜਿਹੜਾ ਕੀਰਤਨ ਵਿੱਚੋਂ ਮਿਲਦਾ ਹੈ, ਇਹਨੂੰ ਕੌਣ ਪੀਂਦੇ ਹਨ? ਕਹਿੰਦੇ ਤੇ ਪੀਵਹਿ ਸੰਤ, ਕਿ ਜਿਨ੍ਹਾਂ ਨੇ ਸੰਤਤਾਈ ਜੀਵਨ ਵਾਲੇ ਹੋਣਾ ਹੈ, ਜਿਨ੍ਹਾਂ ਦੇ ਜੀਵਨ ਵਿੱਚ ਪਵਿੱਤਰ ਹੋਣ ਦੀ ਤਾਂਘ ਪੈਦਾ ਹੋ ਗਈ ਹੈ, ਜਿਨ੍ਹਾਂ ਦਾ ਹਿਰਦਾ ਹੁਣ ਇਸ ਗੱਲ ਦੀ ਉਛਲਦਾ ਹੈ ਕਿ ਸਾਨੂੰ ਕੇਵਲ ਗੁਰੂ ਕੀ ਸਿਫਤ ਸਲਾਹ ਚਾਹੀਦੀ ਹੈ, ਹੋਰ ਜੀਵਨ ਦੀ ਕਿਸੇ ਸ਼ੈ ਦੀ ਲੋੜ ਨਹੀਂ। ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ, ਐਸਾ ਸੰਤ ਸੁਭਾਅ ਰੱਖਣ ਵਾਲੇ ਤੇ ਪੀਵਹਿ ਸੰਤ,
ਕਿ ਐਸੇ ਸੰਤਤਾਈ ਦਾ ਸੁਭਾਅ ਰੱਖਣ ਵਾਲੇ ਇਸ ਅੰਮ੍ਰਿਤ ਜਲ ਨੂੰ ਪੀਂਦੇ ਹਨ ਅਤੇ ਕਹਿੰਦੇ ਇਹਦੇ ਪੀਣ ਦੇ ਨਾਲ ਹੀ ਕਰਹਿ ਮਨ ਮੱਜਨ। ਜਿਵੇਂ ਹੁਣ ਕੁਦਰਤੀ ਹੈ, ਜਿਵੇਂ ਸਰੀਰ ਨੂੰ ਸ਼ੀਤਲਤਾ ਦੇਣੀ ਹੈ ਤੇ ਇਸ਼ਨਾਨ ਦੇ ਨਾਲ ਮਿਲੇਗੀ, ਅੰਦਰ ਨੂੰ ਸ਼ੀਤਲ ਕਰਨਾ ਹੈ ਤੇ ਜਲ ਪੀਣ ਦੇ ਨਾਲ ਮਿਲੇਗਾ। ਤੇ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੇ ਅੰਮ੍ਰਿਤ ਜਲ ਨੂੰ ਪੀ ਕੇ ਸੰਤਾਂ ਨੂੰ ਸ਼ੀਤਲਤਾ ਹੋ ਜਾਂਦੀ ਹੈ, ਭਾਵ ਕਿ ਉਹਨਾਂ ਦਾ ਜੀਵਨ ਠਹਿਰਾਓ ਭਰਿਆ ਹੋ ਜਾਂਦਾ ਹੈ। ਫਿਰ ਉਹ ਆਪ ਜੀ ਦੇ ਕੀਰਤਨ ਦੇ ਆਧਾਰ ਨਾਲ ਮਨ ਮੱਜਨ ਆਪਣੇ ਅੰਦਰ ਇਸ਼ਨਾਨ ਕਰਦੇ ਹਨ। ਇਸ ਕਰਕੇ ਕੀਰਤਨ ਨੂੰ ਸਰਵ ਸਾਧਕ ਵੀ ਮੰਨਿਆ ਜਾਂਦਾ ਹੈ। ਜਿਵੇਂ ਕੁਦਰਤੀ ਹੈ, ਹੁਣ ਜਦੋਂ ਜਿਹੜੀ ਵਿਚਾਰ ਹੈ, ਵਿਚਾਰ ਦੇ ਵਿੱਚ ਬੁੱਧੀ ਜ਼ਰੂਰ ਚਾਹੀਦੀ, ਨਹੀਂ ਤੇ ਵਿਚਾਰ ਦੇ ਨਾਲ ਤਾਲਮੇਲ ਨਹੀਂ ਬਣਦਾ। ਪਰ ਕੀਰਤਨ ਦੇ ਵਿੱਚ ਇਕੱਲੀ ਪ੍ਰੇਮ ਅਤੇ ਭਾਵਨਾ ਚਾਹੀਦੀ ਹੈ। ਉਹੀ ਭਾਵਨਾ ਅੱਗੇ ਗਿਆਨ ਦਾ ਪ੍ਰਕਾਸ਼ ਕਰ ਦਿੰਦੀ ਹੈ। ਅਤੇ ਮਨ ਮੱਜਣ ਦਾ ਭਾਵ ਕੀ ਹੈ ਕਿ ਜਦੋਂ ਹੁਣ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਉਸਤਤ ਬਾਰੇ ਇੱਕ ਸਵਈਆ ਜ਼ਿਕਰ ਕੀਤਾ ਨਾ ਭੱਟ ਸਾਹਿਬਾਨਾਂ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇਹ ਸਵਈਆ ਆਪ ਜੀ ਸਾਰੇ ਸੁਣਦੇ ਹੋ। ਜਦੋਂ ਇਸ ਸਵਈਏ ਦਾ ਕੀਰਤਨ ਸੁਣ ਰਹੇ ਹੋ ਤੇ ਇਹਨੂੰ ਸੁਣਦਿਆਂ ਮਨ ਦਾ ਇਸ਼ਨਾਨ ਕਿਵੇਂ ਹੋਵੇ? ਭੱਟ ਕਲਸਹਾਰ ਜੀ ਕਹਿੰਦੇ ਨੇ ਹਮ ਅਵਗੁਣ ਭਰੇ ਦਾ ਭਾਵ ਹੈ ਕਿ ਜਦੋਂ ਗੁਰੂ ਕੇ ਕੀਰਤਨ ਦੇ ਅੰਮ੍ਰਿਤ ਪ੍ਰਵਾਹ ਵਿੱਚ ਇਸ ਸ਼ਬਦ ਨੂੰ ਸਿੱਖ ਦੀ ਸੁਰਤ ਸੁਣਦੀ ਹੈ ਤਾਂ ਉਂਝ ਸਾਨੂੰ ਸਾਡੇ ਗੁਣ ਔਗਣ ਨਹੀਂ ਮਾਲੂਮ ਹੈਗੇ, ਨਹੀਂ ਪਤਾ ਸਾਡੇ ਕਿਹੜੇ ਕਿਹੜੇ ਔਗਣ ਹਨ। ਅਤੇ ਜਦੋਂ ਇਸ ਸ਼ਬਦ ਦੇ ਕੀਰਤਨ ਵਿੱਚ ਗਹਿਰਾ ਉਤਰਦੇ ਹਾਂ ਅਤੇ ਇਸ ਸ਼ਬਦ ਦਾ ਜਦੋਂ ਨਿਰਮਲ ਜਲ ਸਾਡੇ ਮਨ ਉੱਪਰ ਪੈਂਦਾ ਹੈ ਤਾਂ ਸਾਡੇ ਮਨ ਦੇ ਅੰਦਰ ਪਏ ਹੋਏ ਅਵਗੁਣਾਂ ਦੇ ਸੰਸਕਾਰ ਹੌਲੀ ਹੌਲੀ ਬਾਹਰ ਆਉਂਦੇ ਹਨ। ਕੀਰਤਨ ਸੁਣਦਿਆਂ ਹੋਇਆਂ ਕਦੇ ਕਾਮ ਦਾ ਫੁਰਨਾ ਆ ਗਿਆ, ਕਦੇ ਹੰਕਾਰ ਦਾ ਆ ਗਿਆ, ਕਦੇ ਕਿਸ ਤਰ੍ਹਾਂ ਦਾ ਆ ਗਿਆ। ਫਿਰ ਜਦੋਂ ਉਹ ਦੇਖੀਦਾ ਕਿ ਕੀਰਤਨ ਸੁਣਨ ਦੇ ਨਾਲ ਹੌਲੀ ਹੌਲੀ ਇਹ ਫੁਰਨੇ ਬਿਲਕੁਲ ਹੀ ਸਮਾਪਤ ਹੋ ਗਏ ਹਨ, ਫਿਰ ਕੀਰਤਨ ਦੇ ਵਿੱਚੋਂ ਹੀ ਅਹਿਸਾਸ ਪੈਦਾ ਹੁੰਦਾ ਹੈ ਹਮ ਅਵਗੁਣ ਭਰੇ। ਕਿਉਂਕਿ ਜਦੋਂ ਹੁਣ ਕਿਵੇਂ ਕੁਦਰਤੀ ਹੈ, ਸਾਨੂੰ ਕਿਸੇ ਚੀਜ਼ ਦੇ ਠੰਡਕ ਦਾ ਅਹਿਸਾਸ ਤਾਂ ਹੀ ਹੁੰਦਾ ਜਦੋਂ ਅਸੀਂ ਪਹਿਲਾਂ ਜਲੇ ਦਾ ਅਨੁਭਵ ਕੀਤਾ ਹੋਵੇ। ਇਸ ਕਰਕੇ ਕਹਿੰਦੇ ਮਨ ਦਾ ਇਸ਼ਨਾਨ ਹੁੰਦਾ ਹੈ ਕਿਹਨਾਂ ਦਾ? ਪੁੱਬ ਜਿਨਹੁ ਸੇਵਾ ਕਰੀਆ, ਜਿਨ੍ਹਾਂ ਨੇ ਪੂਰਬਲੇ ਜਨਮ ਦੇ ਵਿੱਚ ਸਤਿਗੁਰੂ ਸਾਹਿਬ ਜੀ ਆਪ ਜੀ ਦੀ ਸੇਵਾ ਕੀਤੀ ਹੈ। ਤਿਨ ਭਉ ਨਿਵਾਰ ਅਨ ਭੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ। ਤਾਂ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਅੰਮ੍ਰਿਤ ਸਰੋਵਰ ਦਾ ਜਲ ਵੀ ਗ੍ਰਹਿਣ ਕੀਤਾ, ਇਸ਼ਨਾਨ ਵੀ ਕਰ ਲਿਆ, ਕਹਿੰਦੇ ਤਿੰਨ ਭਉ ਨਿਵਾਰ, ਉਹਨਾਂ ਦੇ ਸਭ ਪ੍ਰਕਾਰ ਦੇ ਜਿਹੜੇ ਹਨ ਮੌਤ ਦੇ ਜਾਂ ਕਾਲ ਦੇ ਜਿੰਨੇ ਡਰ ਹਨ ਉਹਨਾਂ ਸਾਰੇ ਡਰਾਂ ਨੂੰ ਨਿਵਾਰਨ ਕਰਕੇ ਅਨ ਭੈ ਪਦ ਦੀਨਾ, ਕਿ ਉਹਨਾਂ ਨੂੰ ਐਸਾ ਨਿਰਭਉ ਵਾਲਾ ਜੀਵਨ ਬਖਸ਼ਿਸ਼ ਕਰ ਦਿੱਤਾ ਹੈ ਗੁਰੂ ਸਾਹਿਬ ਜੀ। ਸ਼ਬਦ ਮਾਤਰ ਤੇ ਉਦਰ ਧਰੇ, ਅਤੇ ਫਿਰ ਉਹ ਇਸ ਸ਼ਬਦ ਸੰਧਾਰ ਦੇ ਨਾਲ ਸੰਸਾਰ ਤੋਂ ਉਦਰ ਭਾਵ ਕਲਿਆਣ ਵਾਲੇ ਹੋ ਗਏ ਹਨ। ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ। ਤਾਂ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਵ ਕਲ ਠਾਕੁਰ ਹਰਦਾਸ ਤਨੇ, ਕਿਹੇ ਠਾਕੁਰ ਭਾਈ ਹਰਦਾਸ ਜੀ ਦੇ ਸੁਪੁੱਤਰ, ਉਹਨਾਂ ਦੀ ਕੁਲ ਦੇ ਦੀਪਕ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਐਸੇ ਸਰੋਵਰ ਹੋ ਅਭਰ, ਐੜਾ ਅੱਖਰ ਲੱਗਾ ਹੋਇਆ ਹੈ, ਭਾਵ ਕਿ ਜਿਹੜੇ ਸ਼ੁਭ ਗੁਣਾਂ ਤੋਂ, ਪ੍ਰੀਤ ਭਗਤੀ ਤੋਂ, ਗੁਰੂ ਕੇ ਚਰਨਾਂ ਪ੍ਰਤੀ ਸਮਰਪਣ ਤੋਂ, ਗਿਆਨ ਸਾਧਨਾ ਤੋਂ, ਸ਼ਬਦ ਸਾਧਨਾ ਤੋਂ ਖਾਲੀ ਹਨ, ਉਹਨਾਂ ਸਾਰਿਆਂ ਨੂੰ ਆਪ ਜੀ ਭਰ ਦੇਣ ਵਾਲੇ ਹੋ। ਹੁਣ ਜ਼ਿਕਰ ਆਪ ਦੇ ਸਨਮੁਖ ਰੱਖਦਿਆਂ ਭੱਟ ਸਾਹਿਬਾਨਾਂ ਨੇ ਫਿਰ ਜ਼ਿਕਰ ਕੀਤਾ ਗੁਰੂ ਰਾਮਦਾਸ ਸਰ ਅਭਰ ਭਰੇ। ਕਿਸੇ ਸਾਡੇ ਇੱਕ ਪੰਥ ਦੇ ਬੜੇ ਵੱਡੇ ਵਿਦਵਾਨ ਨੂੰ ਕਿਸੇ ਬੜੇ ਜਗਿਆਸੂ ਨੇ ਪ੍ਰਸ਼ਨ ਕੀਤਾ ਕਿ ਜੀ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਹਰਿਮੰਦਰ ਦਾ ਸਰੂਪ ਅੰਤਰ ਦੇ ਵਿੱਚ ਦ੍ਰਿੜ ਕਰਵਾਇਆ ਹੈ। ਅੰਤਰ ਦਾ ਭਾਵ ਆਪ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਪੜ੍ਹਿਆ ਹੋਵੇਗਾ, ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਹਰ ਮੰਦਰ ਇਹੋ ਸਾਜਿਆ ਰੱਖਿਆ ਹੁਕਮ ਸਵਾਰ। ਪ੍ਰਭਾਤੀ ਰਾਗ ਅੰਦਰ ਜ਼ਿਕਰ ਆਉਂਦਾ ਹੈ। ਉਹਨਾਂ ਕਿਹਾ ਜੀ ਸਤਿਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਅੰਤਰ ਹਰਿਮੰਦਰ ਦ੍ਰਿੜ ਕਰਵਾਇਆ ਹੈ, ਪਰ ਆਪ ਜੀ ਦੇ ਦੇਖਣ ਵਿੱਚ ਆਉਂਦਾ ਹੈ ਤੁਸੀਂ ਗੁਰਬਾਣੀ ਨੂੰ ਬੁੱਝਣ ਵਾਲੇ ਹੋ, ਜਾਣਨ ਵਾਲੇ ਹੋ, ਪਰ ਫਿਰ ਵੀ ਆਪ ਜੀ ਜੇ ਭਾਵ ਕਿ ਇੱਥੇ ਹਰਿਮੰਦਰ ਸਾਹਿਬ ਚੱਲ ਕੇ ਆਉਂਦੇ ਦਾ ਕਾਰਨ ਕੀ ਹੈ ਕਿ ਜਦੋਂ ਤੁਹਾਨੂੰ ਸ਼ਬਦ ਦੇ ਆਧਾਰ ਨਾਲ ਸਤਿਗੁਰੂ ਨੇ
ਨਿੱਜ ਘਰ ਦੇ ਵਿੱਚ ਹੀ ਹਰਿਮੰਦਰ ਦਾ ਸਮੁੱਚਾ ਸਰੂਪ, ਉਹਦਾ ਰਸ, ਉਹਦਾ ਪ੍ਰਭਾਵ ਦ੍ਰਿੜ ਕਰਵਾ ਦਿੱਤਾ ਹੈ। ਫਿਰ ਵੀ ਤੁਸੀਂ ਹਰਿਮੰਦਰ ਸਾਹਿਬ ਚੱਲ ਆਉਂਦੇ, ਉਹਦਾ ਕਾਰਨ ਕੀ ਹੈ? ਕੀ ਤੁਹਾਡੀ ਸਾਧਨਾ ਉਸ ਸ਼ਬਦ ਦੇ ਆਧਾਰ ਨਾਲ ਮੁਕੰਮਲ ਨਹੀਂ ਹੁੰਦੀ? ਉਹਨਾਂ ਬੜਾ ਕਮਾਲ ਦਾ ਉੱਤਰ ਦਿੱਤਾ। ਉਹ ਕਹਿਣ ਲੱਗੇ ਕਿ ਜਦੋਂ ਸਾਨੂੰ ਸਤਿਗੁਰੂ ਜਿਵੇਂ ਹਰਿਮੰਦਰ ਦਾ ਸਰੂਪ ਦ੍ਰਿੜ ਕਰਵਾਇਆ ਹੈ, ਕਹਿੰਦੇ ਅਸੀਂ ਜਦੋਂ ਸ਼ਬਦ ਦੀ ਸਾਧਨਾ ਕਰਕੇ ਆਪਣੇ ਅੰਦਰ ਮਨ ਦਾ ਇਸ਼ਨਾਨ ਵੀ ਕਰ ਲੈਂਦੇ ਹਾਂ, ਕੀਰਤਨ ਸੁਣ ਕੇ ਸਾਡਾ ਠਹਿਰਾਓ ਵੀ ਬਣ ਜਾਂਦਾ ਹੈ, ਵਿਕਾਰਾਂ ਦੀ ਵਰਜਣਾ ਵੀ ਰੁਕ ਜਾਂਦੀ ਹੈ ਸਾਡੇ ਜੀਵਨ ਦੇ ਵਿੱਚ, ਪੂਰੀ ਤਰ੍ਹਾਂ ਜੀਵਨ ਨਿਰਮਲ ਹੋ ਜਾਂਦਾ ਹੈ। ਅਤੇ ਕਹਿੰਦੇ ਪਰ ਇਸ ਸਾਰਾ ਸਾਧਨਾ ਕਰਦਿਆਂ ਹੁਣ ਜਦੋਂ ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਸ਼ਬਦ ਦਾ ਅਭਿਆਸ ਕਰਨਾ ਹੈ, ਕਹਿੰਦੇ ਜਦੋਂ ਇਹਦੇ ਵਿੱਚ ਬਲ ਲੱਗਦਾ ਹੈ ਤੇ ਫਿਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਅਧਿਆਤਮਿਕ ਸਾਧਨਾ ਵੱਲ ਜੁੜਨ ਦਾ ਰਸ ਹੁੰਦਾ ਹੈ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਕਮੀ ਆ ਜਾਂਦੀ ਹੈ। ਭਾਵ ਕਿ ਜਿਵੇਂ ਜਦੋਂ ਅਸੀਂ ਆਪਣੇ ਯਤਨ ਦੇ ਨਾਲ ਹਰਿਮੰਦਰ ਦੇ ਸਰੂਪ ਨੂੰ ਦ੍ਰਿੜ ਕਰਨ ਦਾ ਯਤਨ ਕਰਦੇ ਹਾਂ ਸ਼ਬਦ ਦੀ ਸਾਧਨਾ ਦੇ ਨਾਲ, ਤਾਂ ਕਹਿੰਦੇ ਰਸ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਜਾਂਦੀ ਹੈ। ਜਾਂ ਸਾਡੀ ਸੁਰਤ ਦੇ ਵਿੱਚ ਜਿਹੜਾ ਹਰਿਮੰਦਰ ਦਾ ਨਕਸ਼ ਬਣਿਆ ਹੈ, ਜਦੋਂ ਉਹ ਮੱਧਮ ਪੈਣ ਲੱਗਦਾ ਹੈ ਤੇ ਫਿਰ ਅਸੀਂ ਪ੍ਰਤੱਖ ਤੌਰ 'ਤੇ ਜਦੋਂ ਇਹਦਾ ਨੂਰ ਤੱਕ ਲੈਂਦੇ ਹਾਂ ਤਾਂ ਫਿਰ ਸਾਡੀ ਜਿਹੜੀ ਸਾਧਨਾ ਹੈ, ਸਾਡਾ ਰਸ ਓਨਾ ਹੀ ਉੱਚਾ ਹੋ ਜਾਂਦਾ। ਇਸ ਕਰਕੇ ਅਸੀਂ ਆਉਂਦੇ ਹਾਂ। ਇਸ ਕਰਕੇ ਜਿਹੜੇ ਬੰਦੇ ਬੰਦਗੀ ਦੇ ਵਿੱਚ ਠੀਕ ਢੰਗ ਦੇ ਨਾਲ ਚੱਲੇ ਹੋਏ ਹਨ, ਉਹ ਜਿਹੜੇ ਠੀਕ ਢੰਗ ਨਾਲ ਚੱਲੇ ਹਨ, ਠੀਕ ਢੰਗ ਨਾਲ ਚੱਲਣ ਦਾ ਮਤਲਬ ਕਿ ਜਿਨ੍ਹਾਂ ਦੇ ਅੰਦਰ ਵਾਕਿਆ ਹੀ ਕਿਸੇ ਰੱਬੀ ਰਸ ਦੀ ਰਿਲਾਈਜੇਸ਼ਨ ਚੱਲ ਰਹੀ ਹੈ, ਉਹ ਕਦੇ ਕਦਾਏ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਉੱਥੇ ਜਾਣ ਦਾ ਮਤਲਬ ਗੇੜਾ ਮਾਰਨਾ ਨਹੀਂ ਹੈ, ਨਾ ਦਰਸ਼ਨ ਕਰਨਾ ਹੈ। ਉਹਦਾ ਮਤਲਬ ਹੈ ਕਿ ਜਿਹੜੀ ਸਾਧਨਾ ਪ੍ਰੇਮ ਵਾਲੀ, ਸ਼ਬਦ ਦੀ ਸਾਧਨਾ ਵਾਲੀ ਆਪਣਾ ਯਤਨ ਕਰਨ ਦੇ ਬਾਵਜੂਦ ਮੱਧਮ ਪੈ ਰਹੀ ਹੈ, ਉਹਨੂੰ ਹੁਣ ਪ੍ਰਤੱਖ ਦੇਖ ਕੇ ਅਤੇ ਪ੍ਰਤੱਖ ਸ਼ੋਅ ਦੇ ਨਾਲ ਫਿਰ ਉਭਾਰ ਲੈਣਾ। ਇਸ ਕਰਕੇ ਭੱਟ ਕਲ ਸਹਾਰ ਜੀ ਨੇ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਅੰਮ੍ਰਿਤ ਸਰੋਵਰ ਦਾ ਪਦ, ਅੰਮ੍ਰਿਤ ਸਰੋਵਰ ਦਾ ਪ੍ਰਵਾਹ, ਅੰਮ੍ਰਿਤ ਕੀਰਤਨ ਦਾ ਪ੍ਰਵਾਹ ਐਸਾ ਹੈ ਜਿਹੜਾ ਸਾਰੇ ਖਾਲੀ ਹਿਰਦਿਆਂ ਨੂੰ ਭਰਨ ਵਾਲਾ ਹੈ। ਸਤਿਗੁਰ ਮਤ ਗੂੜ ਬਿਮਲ ਸਤ ਸੰਗਤ, ਆਤਮ ਰੰਗ ਚਲੂਲ ਪਿਆ। ਹੁਣ ਭੱਟ ਕਲ ਸਹਾਰ ਦੀ ਉਚਾਰਨ ਕਰਦੇ ਹਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰ ਮਤ, ਕਿ ਜਦੋਂ ਆਪ ਜੀ ਦੀ ਮਤ ਦਾ ਪ੍ਰਕਾਸ਼ ਗਿਆਨ ਦੁਆਰਾ, ਬਾਣੀ ਦੁਆਰਾ ਹੁੰਦਾ ਹੈ ਤੇ ਬੜਾ ਹੀ ਗੂੜ ਹੈ, ਬੜਾ ਹੀ ਗਹਿਰ ਗੰਭੀਰ ਹੈ, ਬਿਮਲ ਬੜਾ ਹੀ ਪਵਿੱਤਰ ਹੈ। ਸਤ ਸੰਗਤ, ਕਿ ਸਤ ਸੰਗਤ ਰੂਪ ਦੇ ਵਿੱਚ ਜਦੋਂ ਆਪ ਜੀ ਮਤ ਭਾਵ ਗਿਆਨ ਦਾ ਪ੍ਰਕਾਸ਼ ਕਰਦੇ ਹੋ, ਬੜਾ ਗੂੜ ਹੈ, ਬੜਾ ਪਵਿੱਤਰ ਕਰਨ ਵਾਲਾ ਹੈ। ਆਤਮ ਰੰਗ ਚਲੂਲ ਪਿਆ, ਚਲੂਲ ਦਾ ਭਾਵ ਜਿਹਦੇ ਨਾਲ ਪੂਰੀ ਤਰ੍ਹਾਂ ਕਹਿ ਕਹਾ ਰੰਗ ਚੜ੍ਹਿਆ ਹੋਵੇ, ਪੂਰਾ ਲਾਲਗੀ ਛਾਈ ਹੋਵੇ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਨੇ ਆਤਮ ਰੰਗ ਚਲੂਲ ਪਿਆ, ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਮੁਬਾਰਕ ਜੀਵਨ ਨੂੰ ਦੇਖ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਆਪ ਜੀ ਸਰੀਰ ਨਹੀਂ, ਆਪ ਜੀ ਦੇ ਉੱਪਰ ਆਤਮਾ ਦਾ ਇੱਕ ਚਲੂਲਾ ਰੰਗ, ਲਾਲ ਰੰਗ ਚੜ੍ਹਿਆ ਹੋਇਆ ਹੈ, ਜਿਸ ਰੰਗ ਨੂੰ ਦੇਖ ਕੇ ਭਗਤੀ ਦਾ ਪ੍ਰਕਾਸ਼ ਪਤਾ ਲੱਗਦਾ ਹੈ। ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ, ਅਭੈ ਨਿਰੰਜਨ ਕਰਹਿ ਲਹਾ। ਅਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਜੁੜਨ ਕਰਕੇ ਆਪ ਜੀ ਦਾ ਮਨ ਜਾਗ ਗਿਆ ਹੈ। ਕਵਲ ਸਹਿਜ ਪ੍ਰਕਾਸ਼ਿਆ, ਅਤੇ ਹਿਰਦੇ ਰੂਪ, ਹਿਰਦੇ ਘਰ ਵਿੱਚ ਭਗਤੀ ਰੂਪ ਕੰਵਲ ਖਿੜ ਗਿਆ ਹੈ। ਅਭੈ ਨਿਰੰਜਨ ਕਰਹਿ ਲਹਾ, ਅਤੇ ਜਿਸ ਪਰਮੇਸ਼ਰ ਨਾਲ ਜੁੜ ਕੇ ਨਿਰਭਉ ਅਤੇ ਨਿਰੰਜਨ ਪਦ ਦੀ ਪ੍ਰਾਪਤੀ ਹੁੰਦੀ ਹੈ, ਕਹਿੰਦੇ ਕਰਹਿ ਲਹਾ, ਤੁਸੀਂ ਉਹ ਘਰ ਦੇ ਵਿੱਚ ਹੀ ਪ੍ਰਾਪਤ ਕਰ ਲਿਆ ਗੁਰੂ ਰਾਮਦਾਸ ਸਾਹਿਬ ਜੀ। ਭਾਵ ਕਿ ਗੁਰੂ ਅਮਰਦਾਸ ਸਾਹਿਬ ਜੀ ਨਿਰਭਉ ਨਿਰੰਜਨ ਸਰੂਪ ਸਨ, ਅਤੇ ਉਹਨਾਂ ਦੇ ਮੁਬਾਰਕ ਦਰ ਘਰ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦਾ ਜਿੱਥੇ ਸੇਵਕ ਰੂਪ ਹੋ ਕੇ ਨਾਤਾ ਜੁੜਿਆ, ਉੱਥੇ ਉਹ ਗੁਰੂ ਸਾਹਿਬ ਜੀ ਦੇ ਦਾਮਾਦ ਵੀ ਕਹਿਲਾਏ। ਭਾਵ ਕਿ ਤੁਹਾਨੂੰ ਘਰ ਦੇ ਵਿੱਚ ਹੀ ਐਸੇ ਨਿਰੰਜਨ ਪਰਮੇਸ਼ਰ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਸਤਿਗੁਰ ਦਇਆਲ ਹਰ ਨਾਮ ਦਿਰੜਾਇਆ, ਤਿਸ ਪ੍ਰਸਾਦ ਵਸ ਪੰਚ ਕਰੇ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਸਤਿਗੁਰ ਭਾਵ ਕਿ ਗੁਰੂ ਅਮਰਦਾਸ ਸਾਹਿਬ ਜੀ ਦਇਆਲ ਹੋਏ, ਉਹਨਾਂ ਨੇ ਆਪ ਜੀ ਨੂੰ ਐਸਾ ਹਰੀ ਨਾਮ ਦ੍ਰਿੜ ਕਰਵਾਇਆ, ਜਿਸ ਦੀ ਕਿਰਪਾ ਦੇ ਨਾਲ ਆਪ ਜੀ ਨੇ ਪੰਜਾਂ ਦੂਤਾਂ ਨੂੰ ਵਸ ਕਰ ਲਿਆ ਹੈ। ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ,
ਅਪਾਰ ਪਰੇ ਤੇ ਪਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਹੇ ਠਾਕੁਰ ਕੁਲ ਵਾਲੇ ਭਾਈ ਹਰਦਾਸ ਜੀ ਦੇ ਸੁਪੁੱਤਰ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਐਸੇ ਗਿਆਨ ਪ੍ਰੀਤ ਅੰਮ੍ਰਿਤ ਦੇ ਸਰੋਵਰ ਹੋ ਜੋ ਸਾਰੇ ਖਾਲੀ ਹਿਰਦਿਆਂ ਨੂੰ ਸ਼ੁਭ ਗੁਣਾ ਪ੍ਰੀਤ ਭਗਤੀ ਦੇ ਨਾਲ ਭਰਨ ਵਾਲੇ ਹੋ। ਇਸ ਪ੍ਰਕਾਰ ਤਿੰਨ ਸਵਈਆਂ ਦੇ ਰੂਪ ਵਿੱਚ ਪਟ ਕਲ ਸਹਾਰ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਸਲਾਹ ਦਾ ਜ਼ਿਕਰ ਕਰਦੇ ਹਨ, ਜਿਸ ਦੀ ਵਿਚਾਰ ਆਪ ਦੇ ਸਮਕਸ਼ ਰੱਖਣ ਦਾ ਯਤਨ ਕੀਤਾ ਗਿਆ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਜ਼ਿਕਰ ਰੱਖਦਿਆਂ ਵਰਣਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਸਤਿਗੁਰੂ ਕਿਰਪਾ ਕਰਨ। ਕਿਉਂਕਿ ਜਦੋਂ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਸਿਫਤ ਕੀਤੀ ਹੈ ਅਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਰਲ ਬਣਾ ਕੇ ਬੇਰਸੀਆਂ ਕਰ ਲਿਆ ਹੈ, ਉਹਨਾਂ ਨੂੰ ਭੱਟ ਸਾਹਿਬਾਨਾਂ ਨੇ ਉਹਨਾਂ ਦੇ ਵਿੱਚੋਂ ਸਾਨੂੰ ਜੀਵਨ ਦੀ ਦੁਬਾਰਾ ਇੱਕ ਰੌਂ ਲੱਭ ਕੇ ਦਿਖਾਲੀ ਹੈ ਕਿ ਸਾਡੇ ਲਈ ਹਰਿਮੰਦਰ ਦੀ ਪਰਿਕਰਮਾ ਦੇ ਵਿੱਚ ਬੈਠਣਾ ਕਿੰਨਾ ਸਰਲ ਹੋ ਗਿਆ ਹੈ। ਕੋਈ ਸਾਡੇ ਕੋ ਦੀ ਨਾ ਤਲਾਸ਼ ਹੈ। ਇਸ ਕਰਕੇ ਪਰ ਭੱਟ ਕਲ ਸਹਾਰ ਜੀ ਨੇ ਕਿਹਾ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਪੁੱਬ ਜਿਨਹੁ ਸੇਵਾ ਕਰੀਆ, ਕਿ ਗੁਰੂ ਕੇ ਅੰਮ੍ਰਿਤ ਸਰੋਵਰ ਦੇ ਪ੍ਰਵਾਹ ਵਿੱਚੋਂ, ਅੰਮ੍ਰਿਤ ਕੀਰਤਨ ਦੇ ਪ੍ਰਵਾਹ ਵਿੱਚੋਂ ਐਸਾ ਰਸ ਪੀਣਾ ਹੈ ਜਿਹੜਾ ਸਾਨੂੰ ਅਮਰ ਪਦ ਦਾ ਅਨੁਭਵ ਕਰਾਵੇ। ਗੁਰੂ ਕਿਰਪਾ ਕਰੇ ਪਾਵਨ ਲੜੀਵਾਰ ਬਾਣੀ ਵਿਆਖਿਆ ਦਾ ਭਾਵ ਉਪਦੇਸ਼ ਸਭ ਸੰਗਤਾਂ ਦੇ ਹਿਰਦਿਆਂ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਭੁੱਲਾਂ ਖਿਮਾ ਦੀ ਜਾਚਨਾ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।